जय वाल्मीकि जय वाल्मीकि जय वाल्मीकि जय वाल्मीकि। जो बड़े सोन पर भगवान वाल्मीकि महाराज की जय। महाराज के चरण कमल धर्मास, श्रेष्ठ गुरु तुम जगत के तीन लोक के लाल। वाल्मीकि जय
जो बोले सो निरपै। भगवान वाल्मीकि महाराज की जय। गुरु रूप साध संगत जी, ਅਸੀਂ ਇੱਕ ਵਾਰੀ ਫੇਰ ਭਗਵਾਨ ਵਾਲਮੀਕ ਜੀ ਮੰਦਰ ਬੈਡਫੋਰਡ ਤੋਂ ਭਗਵਾਨ ਵਾਲਮੀਕ ਜੀ ਦੀ ਪਵਿੱਤਰ ਬਾਣੀ ਸ਼੍ਰੀ ਯੋਗ ਵਸ਼ਿਸ਼ਟ ਮਹਾਰਾਮਾਇਣ ਦੇ ਵਿਚਾਰ ਲੈ ਕੇ ਆਪ ਦੇ ਨਾਲ ਕਾਂਸ਼ੀ ਟੀਵੀ ਦੇ ਮਾਧਿਅਮ ਰਾਹੀਂ ਜੁੜ ਰਹੇ ਹਾਂ। ਕਾਂਸ਼ੀ ਟੀਵੀ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਦੇ ਮਾਧਿਅਮ ਰਾਹੀਂ ਅਸੀਂ ਭਗਵਾਨ ਵਾਲਮੀਕ ਜੀ ਦੀ ਪਵਿੱਤਰ ਬਾਣੀ ਨੂੰ ਸੰਸਾਰ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਪਹੁੰਚਾ ਸਕਦੇ ਹਾਂ। ਆਓ ਸਭ ਤੋਂ ਪਹਿਲਾਂ ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਉਸ ਪ੍ਰਭੂ ਪਰਮੇਸ਼ਰ ਨੂੰ ਨਮਸਕਾਰ ਕਰੀਏ। ਸਚਿਤ ਆਨੰਦ ਰੂਪ ਆਤਮਾ ਨੂੰ, ਜਿਸ ਵਿੱਚ ਇਹ ਸਰਬ ਜੀਵ ਪਾਸਦੇ ਹਨ ਤੇ ਲੀਨ ਹੁੰਦੇ ਹਨ ਤੇ ਸਥਿਤ ਹੁੰਦੇ ਹਨ, ਤੇ ਜਿਸ ਤੋਂ ਗਿਆਤਾ ਗਿਆਨ ਤੇ ਗੇਮ, ਦ੍ਰਿਸ਼ਟਾ ਦਰਸ਼ਨ ਤੇ ਦ੍ਰਿਸ਼ਯ, ਕਰਤਾ ਕਾਰਨ ਤੇ ਕਿਰਿਆ ਸਿੱਧ ਹੁੰਦੇ ਹਨ, ਤੇ ਜਿਸ ਆਨੰਦ ਦੇ ਕਾਰਨ ਕਰਕੇ ਸੰਪੂਰਨ ਵਿਸ਼ਵ ਆਨੰਦਵਾਨ ਹੈ, ਤੇ ਜਿਸ ਆਨੰਦ ਦਾ ਕਰਕੇ ਜੀਵ ਜਿਉਂਦੇ ਹਨ, ਉਸ ਆਨੰਦ ਰੂਪ ਆਤਮਾ ਨੂੰ ਨਮਸਕਾਰ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਪਿਛਲੇ ਹਫਤੇ ਜੋ ਪ੍ਰਸੰਗ ਦੀ ਸਮਾਪਤੀ ਹੋਈ ਸੀ, ਉਸ ਵਿੱਚ ਭਗਵਾਨ ਵਾਲਮੀਕ ਜੀ ਨੇ ਸਾਨੂੰ ਉਪਦੇਸ਼ ਕੀਤਾ ਸੀ ਕਿ ਜੋ ਕੁਝ ਸੰਵੇਦਨ ਫੁਰਦਾ ਹੈ, ਉਸ ਸੰਵੇਦਨ ਦਾ ਹੋਣਾ ਹੀ ਜਗਤ ਹੈ, ਤੇ ਅਸੰਵੇਦਨ ਹੋਣ ਦਾ ਨਾਮ ਨਿਰਵਾਣ ਹੈ। ਸੰਵੇਦਨ ਹੋਣ ਨਾਲ ਦੁੱਖ ਹੈ। ਇਸ ਲਈ ਯਤਨ ਕਰਕੇ ਸੰਵੇਦਨ ਦਾ ਨਾ ਹੋਣਾ ਹੀ ਕਰਤੱਵ ਹੈ। ਕਿ ਸੰਵੇਦਨ ਭਾਵ ਕਿ ਇਹ ਜੋ ਇੱਛਾ ਭਰੀ ਸੋਚ ਸਾਡੇ ਮਨ ਦੇ ਵਿੱਚੋਂ ਉੱਠਦੀ ਹੈ, ਜੋ ਅਹੰਕਾਰ ਭਰੀ ਸੋਚ ਸਾਡੇ ਮਨ ਦੇ ਵਿੱਚੋਂ ਉੱਠਦੀ ਹੈ, ਇੱਛਾ ਔਰ ਅਹੰਕਾਰ ਇਹ ਦੋਨਾਂ ਨੂੰ ਮਿਲਾ ਕੇ ਸੰਵੇਦਨ ਬਣਦਾ ਹੈ। ਇਹ ਜੋ ਸੰਵੇਦਨ ਸਾਡੇ ਮਨ ਦੇ ਵਿੱਚੋਂ ਉੱਠਦਾ ਹੈ, ਉਹ ਹੀ ਦੁੱਖਾਂ ਦਾ ਕਾਰਨ ਬਣਦਾ ਹੈ। ਕਿਉਂਕਿ ਇਹ ਇੱਛਾ ਦਾ ਕਰਕੇ, ਅਹੰਕਾਰ ਦਾ ਕਰਕੇ ਅਸੀਂ ਸੰਸਾਰ ਵੱਲ ਜਾਂਦੇ ਹਾਂ, ਸੰਸਾਰ ਦੇ ਨਾਲ ਜੁੜਦੇ ਹਾਂ, ਤੇ ਸੰਸਾਰ ਦੇ ਵਿੱਚੋਂ ਅਸੀਂ ਦੁੱਖ ਪ੍ਰਾਪਤ ਕਰਦੇ ਹਾਂ। ਜੇ ਅਸੀਂ ਇਸ ਇੱਛਾ ਨੂੰ, ਇਸ ਅਹੰਕਾਰ ਨੂੰ ਦੂਰ ਕਰ ਦਈਏ ਤੇ ਸਾਡਾ ਭਲਾ ਹੋ ਜਾਵੇਗਾ। ਮੁਸੀਬਤਾਂ ਤੋਂ ਅਸੀਂ ਬਚ ਜਾਵਾਂਗੇ। ਪਰਮਾਤਮਾ ਦੇ ਨਾਮ ਦੇ ਵਿੱਚ ਜੋ ਸੁੱਖ ਸਾਨੂੰ ਮਿਲੇਗਾ, ਆਨੰਦ ਮਿਲੇਗਾ, ਉਹ ਹਮੇਸ਼ਾ ਸਾਡੇ ਨਾਲ ਰਹਿਣ ਵਾਲਾ ਹੈ। ਇਸ ਨੂੰ ਹੀ ਅਸਲ ਦੇ ਵਿੱਚ ਨਿਰਵਾਣ ਕਹਿੰਦੇ ਹਨ, ਕਿ ਸੰਸਾਰ ਤੋਂ ਮੁਕਤ ਹੋਣਾ ਔਰ ਪਰਮਾਤਮਾ ਦੇ ਨਾਲ ਇੱਕ ਹੋ ਜਾਣਾ। ਅੱਜ ਦਾ ਜੋ ਪ੍ਰਸੰਗ ਹੈ, ਉਸ ਵਿੱਚ ਭਗਵਾਨ ਵਾਲਮੀਕ ਜੀ ਸਾਨੂੰ ਉਪਦੇਸ਼ ਕਰਦੇ ਹਨ, ਔਰ ਗੁਰੂ ਵਿਸ਼ੇਸ਼ ਜੀ ਰਾਮਚੰਦਰ ਨੂੰ ਇਸ ਬਾਣੀ ਦਾ ਉਪਦੇਸ਼ ਦੱਸ ਰਹੇ ਹਨ। ਔਰ ਇਸ ਉਪਦੇਸ਼ ਤੋਂ ਰਾਮਚੰਦਰ ਜੀ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਸੀ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ, ਇਹ ਵਾਸ਼ਨਾ ਵਹਿਮ ਨਾਲ ਉੱਠੀ ਹੈ, ਜਿਵੇਂ ਆਕਾਸ਼ ਵਿੱਚ ਦੂਸਰਾ ਚੰਦਰਮਾ ਵਹਿਮ ਕਰਕੇ ਲੱਗਦਾ ਹੈ। ਕਿ ਇਹ ਜਿਹੜੀ ਵਾਸਨਾ ਸਾਡੇ ਵਿੱਚੋਂ, ਸਾਡੇ ਮਨ ਦੇ ਵਿੱਚੋਂ, ਸਾਡੇ ਮਨ ਦੀ ਸ਼ਕਤੀ ਦੇ ਚਿੱਤ ਹੈ, ਉਹ ਵਾਸਨਾ ਉਹਦੀ ਵਿੱਚੋਂ ਜੋ ਉੱਠਦੀ ਹੈ, ਇਹ ਵੀ ਇੱਕ ਵਹਿਮ ਹੈ ਸਾਨੂੰ। ਕਿਉਂਕਿ ਅਸੀਂ ਭਰਮ ਭੁਲੇਖਿਆਂ ਦੇ ਵਿੱਚ ਪਏ ਹੋਏ ਹਾਂ। ਕਈ ਵਾਰੀ ਦੇਖੋ, ਅੱਖਾਂ ਦਾ ਦੋਸ਼ ਕਰਕੇ ਆਕਾਸ਼ ਦੇ ਵਿੱਚ ਦੋ ਚੰਦਰਮਾ ਸਾਨੂੰ ਨਜ਼ਰ ਆਉਂਦੇ ਹਨ, ਪਰ ਦੋ ਚੰਦਰਮਾ ਨਹੀਂ ਹੁੰਦੇ, ਉਹ ਵਹਿਮ ਹੁੰਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਇਹ ਜਿਹੜੀ ਵਾਸਨਾ ਹੈ ਸਾਡੇ ਮਨ ਅੰਦਰੋਂ ਉੱਠਦੀ, ਉਹ ਇੱਕ ਵਹਿਮ ਹੈ। ਤਿਵੇਂ ਹੀ ਆਤਮਾ ਵਿੱਚ ਜਗਤ ਵਹਿਮ ਕਰਕੇ ਲੱਗਦਾ ਹੈ। ਇਸ ਦੀ ਵਾਸ਼ਨਾ ਦੂਰੋਂ ਤਿਆਗੋ। ਔਰ ਇਹ ਸਾਨੂੰ ਬੜਾ ਵੱਡਾ ਵਹਿਮ ਹੈ ਕਿ ਇਹ ਸੰਸਾਰ ਹੈ, ਕਿਉਂਕਿ ਅਸਲ ਦੇ ਵਿੱਚ ਇਹ ਸੰਸਾਰ ਜੋ ਹੈ ਇੱਕ ਮਿਥਿਆ ਭਰਮ ਹੈ। ਇਹ ਸੰਸਾਰ ਦੀ ਤਸਵੀਰ ਸਾਡੇ ਮਨ ਨੇ ਖਿੱਚੀ ਹੈ। ਇਸ ਲਈ ਅਸੀਂ ਇਹ ਵਾਸਨਾ ਨੂੰ ਦੂਰ ਕਰਨਾ ਹੈ, ਤਾਂ ਕਿ ਸਾਡੇ ਵਿੱਚੋਂ ਜਿਹੜੀ ਮਨ ਦੇ ਵਿੱਚੋਂ ਵਾਸਨਾ ਉੱਠਦੀ ਹੈ, ਉਹ ਨਾ ਸਾਨੂੰ ਸੰਸਾਰ ਦਿਖਾਵੇ ਔਰ ਨਾ ਸਾਨੂੰ ਸੰਸਾਰ ਦੇ ਨਾਲ ਜੋੜੇ। ਇਸ ਕਰਕੇ ਇਹ ਵਾਸਨਾ ਦਾ ਅਸੀਂ ਤਿਆਗ ਕਰਨਾ ਹੈ। ਜੋ ਗਿਆਨੀ ਹਨ
ਉਹਨਾਂ ਨੂੰ ਜਗਤ ਨਹੀਂ ਜਾਪਦਾ, ਤੇ ਜੋ ਅਗਿਆਨੀ ਹਨ ਉਹਨਾਂ ਨੂੰ ਨਾ ਮੌਜੂਦ ਹੀ ਮੌਜੂਦ ਲੱਗਦਾ ਹੈ, ਤੇ ਸੰਸਾਰ ਦੇ ਨਾਮ ਨਾਲ ਸੰਸਾਰ ਨੂੰ ਸਵੀਕਾਰ ਕਰਦਾ ਹੈ। ਸੋ ਦੂਸਰੇ ਪਾਸੇ ਦੇਖੋ, ਜੋ ਗਿਆਨੀ ਜੀਵ ਹਨ ਉਹਨਾਂ ਦੇ ਬਾਰੇ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਂਦੇ ਹਨ ਕਿ ਉਹਨਾਂ ਨੂੰ ਇਹ ਸੰਸਾਰ ਇੱਕ ਮਿਥਿਆ ਭਰਮ ਦੀ ਤਰ੍ਹਾਂ ਲੱਗਦਾ ਹੈ, ਪਰ ਜਿਹੜੇ ਦੂਸਰੇ ਪਾਸੇ ਜਿਹੜੇ ਅਗਿਆਨੀ ਲੋਕ ਹਨ, ਜਿਨ੍ਹਾਂ ਦੇ ਵਿੱਚ ਅਵਿਦਿਆ ਹੈ, ਉਹਨਾਂ ਨੂੰ ਇਹ ਨਾ ਮੌਜੂਦ ਸੰਸਾਰ ਉਹਨਾਂ ਦੇ ਸਾਹਮਣੇ ਮੌਜੂਦ ਹੋਇਆ ਜਾਪਦਾ ਹੈ। ਤੇ ਇਸ ਕਰਕੇ ਜਿਹੜੇ ਅਗਿਆਨੀ ਜੀਵ ਹਨ ਉਹ ਨਾ ਬਣਿਆ ਹੋਇਆ ਜਿਹੜਾ ਸੰਸਾਰ ਹੈ ਉਸ ਨੂੰ ਸੰਸਾਰ ਕਰਕੇ ਸਵੀਕਾਰ ਕਰਦੇ ਹਨ। ਗਿਆਨਵਾਨ ਪੂਰੀ ਸਮਝ ਵਾਲੇ ਨੂੰ ਆਤਮ ਤੱਤ ਤੋਂ ਵੱਖ ਸਭ ਅਵਸਤੂ ਰੂਪ ਲੱਗਦਾ ਹੈ, ਪਰ ਜਿਹੜੇ ਗਿਆਨੀ ਜੀਵ ਹਨ ਉਹਨਾਂ ਨੂੰ ਇੱਕ ਉਹਨਾਂ ਦੀ ਆਤਮਾ ਜੋ ਪਰਮਾਤਮਾ ਦਾ ਅੰਸ਼ ਹੈ ਉਹ ਹੀ ਸੱਚ ਲੱਗਦੀ ਹੈ। ਉਹ ਪਰਮਾਤਮਾ ਦੇ ਤੱਤ ਨੂੰ ਸੱਚ ਸਮਝਦੇ ਹਨ, ਔਰ ਬਾਕੀ ਜੋ ਕੁਛ ਹੈ ਆਤਮਾ ਤੋਂ, ਪਰਮਾਤਮਾ ਤੋਂ ਇਲਾਵਾ ਹੋਰ ਕੋਈ ਵਸਤੂ ਹੈ ਉਹ ਉਹਨਾਂ ਨੂੰ ਇੱਕ ਝੂਠ ਦੀ ਤਰ੍ਹਾਂ ਨਜ਼ਰ ਆਉਂਦੀ ਹੈ, ਜਿਸ ਤਰ੍ਹਾਂ ਇਹ ਸੰਸਾਰ ਹੈ। ਜਿਵੇਂ ਸਮੁੰਦਰ ਤਰਲਤਾ ਤੋਂ ਤਰੰਗ ਤੇ ਬੁਲਬੁਲੇ ਹੋ ਕੇ ਦਿਸਦਾ ਹੈ ਪਰ ਪਾਣੀ ਤੋਂ ਵੱਖ ਕੁਝ ਨਹੀਂ, ਤਿਵੇਂ ਹੀ ਆਪਣੇ ਹੀ ਵਿਕਲਪ ਤੋਂ ਭਾਵ ਅਭਾਵ ਰੂਪ ਜਗਤ ਵੇਖਦਾ ਹੈ, ਜੋ ਅਸਲ ਵਿੱਚ ਅਸਤ ਰੂਪ ਹੈ, ਕਿਉਂਕਿ ਆਤਮ ਤੱਤ ਹੀ ਆਪਣੇ ਸਰੂਪ ਵਿੱਚ ਟਿਕਿਆ ਹੋਇਆ ਹੈ। ਸੋ ਭਗਵਾਨ ਵਾਲਮੀਕ ਜੀ ਸਾਨੂੰ ਬੜੀ ਸੋਹਣੀ ਉਦਾਹਰਣ ਦੇ ਕੇ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਪਾਣੀ ਹੁੰਦਾ ਹੈ, ਪਾਣੀ ਦੇ ਵਿੱਚ ਤਰਲਤਾ ਹੁੰਦੀ ਹੈ, ਔਰ ਉਹ ਤਰਲਤਾ ਦਾ ਕਰਕੇ ਉਹਦੇ 'ਚੋਂ ਲਹਿਰਾਂ ਉੱਠਦੀਆਂ ਹਨ, ਬੁਲਬੁਲੇ ਉੱਠਦੇ ਹਨ, ਪਰ ਉਹ ਬੁਲਬੁਲੇ ਵੀ, ਉਹ ਲਹਿਰਾਂ ਵੀ ਪਾਣੀ ਦਾ ਹੀ ਰੂਪ ਹੈ। ਬਿਲਕੁਲ ਇਸੇ ਹੀ ਤਰ੍ਹਾਂ ਅਸੀਂ ਭਰਮ ਭੁਲੇਖਿਆਂ ਦੇ ਵਿੱਚ ਪਏ ਹੋਏ ਇਸ ਸੰਸਾਰ ਨੂੰ ਦੇਖਦੇ ਹਾਂ। ਅਸਲ ਵਿੱਚ ਇਹ ਅਸਤ ਭਾਵ ਕਿ ਇੱਕ ਇਹ ਝੂਠ ਹੈ, ਕਿ ਕਿਉਂਕਿ ਅਸੀਂ ਆਪਣੀ ਹਾਲੇ ਆਤਮਾ ਦੀ ਪਹਿਚਾਣ ਨਹੀਂ ਕੀਤੀ, ਉਹ ਪ੍ਰਮਾਤਮਿਕ ਤੱਤ ਜਿਹੜਾ ਹੈ ਉਹਦੀ ਪਹਿਚਾਣ ਨਹੀਂ ਕੀਤੀ। ਇਸ ਕਰਕੇ ਸਾਨੂੰ ਭਰਮ ਭੁਲੇਖਿਆਂ ਦੇ ਵਿੱਚ ਪਏ ਹੋਏ ਇਹ ਸੰਸਾਰ ਨਜ਼ਰ ਆਉਂਦਾ ਹੈ। ਸੰਸਾਰ ਨੂੰ ਸੱਚ ਸਮਝ ਬੈਠਦੇ ਹਾਂ, ਪਰ ਜੋ ਸੱਚ ਹੈ ਉਹ ਸਾਡੇ ਅੰਦਰ ਹੀ ਹੈ। ਸਾਡੀ ਆਤਮਾ ਜੋ ਸਾਡਾ ਸੱਚਾ ਸਰੂਪ ਹੈ ਉਹ ਸੱਚ ਹੈ, ਔਰ ਪਰਮਾਤਮਾ ਦੀ ਅੰਸ਼ ਜੋ ਹੈ ਉਹ ਸਾਡਾ ਸੱਚਾ ਸਰੂਪ, ਸਾਡਾ ਸੱਚਾ ਸੁਭਾਅ ਹੈ। ਉਹ ਤੋਂ ਅਸੀਂ ਦੂਰ ਹੋ ਜਾਂਦੇ ਹਾਂ ਕਿਉਂਕਿ ਅਸੀਂ ਝੂਠ ਦੇ ਨਾਲ, ਇਸ ਸੰਸਾਰ ਦੇ ਨਾਲ ਜੁੜੇ ਹੋਏ ਹਾਂ। ਇਹ ਜੋ ਸਾਡੀ ਆਤਮਾ ਹੈ ਪਰਮਾਤਮਾ ਦੀ ਅੰਸ਼ ਹੈ। ਪਰਮਾਤਮਾ ਦਾ ਹੀ ਇੱਕ ਛੋਟਾ ਜਿਹਾ ਹਿੱਸਾ ਸਾਡੇ ਵਿੱਚ ਹੈ ਜੋ ਆਪਣੇ ਆਪ ਵਿੱਚ ਟਿਕਿਆ ਹੋਇਆ ਹੈ, ਔਰ ਅਸੀਂ ਗਿਆਨ ਪ੍ਰਾਪਤ ਕਰਕੇ ਇਸ ਪਰਮਾਤਮਿਕ ਤੱਤ ਦੇ ਨਾਲ ਜੁੜਨਾ ਹੈ। ਜੋ ਨਿਤ ਸ਼ੁੱਧ ਸਮ ਤੇ ਅਦਵੈਤ ਤੁਹਾਡਾ ਆਪਣਾ ਆਪ ਹੈ। ਨਾ ਤੁਸੀਂ ਕਰਤਾ ਹੋ ਨਾ ਅਕਰਤਾ ਹੋ। ਕਰਤਾ ਤੇ ਕਰਤਾ ਗ੍ਰਹਿਣ ਤਿਆਗ ਭੇਦ ਨੂੰ ਲੈ ਕੇ ਅਖਵਾਉਂਦਾ ਹੈ ਕਿ ਸਾਡੇ ਵਿੱਚ ਜੋ ਪਰਮਾਤਮਿਕ ਤੱਤ ਹੈ, ਪਰਮਾਤਮਾ ਦੀ ਤਰ੍ਹਾਂ ਪਹਿਲੋਂ ਵੀ ਸੀ, ਹੁਣ ਵੀ ਅੱਗੇ ਸਾਡੀ ਆਤਮਾ ਨੇ ਰਹਿਣਾ ਹੈ। ਸ਼ੁੱਧ ਹੈ ਸਾਡੀ ਆਤਮਾ, ਸ਼ਾਂਤਪੂਰਵਕ ਹੈ, ਤੇ ਉਹਦਾ ਕੋਈ ਵੀ ਸੰਸਾਰ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੈ। ਉਹ ਆਪਣੇ ਆਪ ਦੇ ਵਿੱਚ, ਸਾਡੀ ਆਤਮਾ ਆਪਣੀ ਸ਼ਕਤੀ ਦੇ ਵਿੱਚ ਟਿਕੀ ਹੋਈ ਹੈ। ਨਾ ਅਸੀਂ ਕੁਝ ਕਰਨ ਵਾਲੇ ਹਾਂ, ਨਾ ਅਸੀਂ ਕੁਝ ਕਰ ਸਕਦੇ ਹਾਂ। ਇਹ ਕਰਤਾ ਤੇ ਕਰਤਾ ਜੋ ਹੈ, ਲੈਣਾ ਦੇਣਾ, ਇਹ ਜੋ ਹੈ ਇਹ ਸੰਸਾਰੀ ਹੈ, ਪਰ ਸਾਡੀ ਜੋ ਆਤਮਾ ਹੈ ਉਹ ਪਰਮਾਤਮਾ ਦਾ ਤੱਤ ਜੋ ਹੈ ਉਹ ਆਪਣੇ ਆਪ ਵਿੱਚ ਟਿਕਿਆ ਹੋਇਆ ਹੈ। ਸਾਰੇ ਉਹ ਵਿਕਲਪਾਂ ਤੋਂ, ਸਾਰੇ ਵਿਕਾਰਾਂ ਤੋਂ ਰਹਿਤ ਹੈ। ਦੋਹਾਂ ਵਿਕਲਪਾਂ ਨੂੰ ਤਿਆਗ ਕੇ ਆਪਣੇ ਸਰੂਪ ਵਿੱਚ ਟਿਕੋ, ਤੇ ਜੋ ਕੁਝ ਕਿਰਿਆ ਆਚਰਨ
ਆਪ ਪ੍ਰਾਪਤ ਹੋਣ ਉਹਨਾਂ ਨੂੰ ਕਰੋ, ਪਰ ਅੰਦਰੋਂ ਨਿਰਲੇਪ ਰਹੋ। ਭਾਵ ਆਪਣੇ ਆਪ ਨੂੰ ਕਰਤਾ ਤੇ ਭੋਗੀ ਨਾ ਮੰਨੋ, ਕਿਉਂਕਿ ਕਰਤੱਵ ਆਦਿਕ ਤਦ ਹੁੰਦੇ ਹਨ ਜਦ ਕੁਝ ਗ੍ਰਹਿਣ ਜਾਂ ਤਿਆਗ ਕਰਨਾ ਹੁੰਦਾ ਹੈ, ਤੇ ਗ੍ਰਹਿਣ ਤਿਆਗ ਤਦ ਹੁੰਦਾ ਹੈ ਜਦ ਪਦਾਰਥ ਸੱਚ ਲੱਗਦੇ ਹਨ। ਪਰ ਇਹ ਸਾਰੇ ਪਦਾਰਥ ਤਾਂ ਮਿਥਿਆ ਇੰਦਰਜਾਲ ਦੀ ਮਾਇਆ ਵਾਂਗ ਹਨ। ਸੋ ਦੇਖੋ ਭਗਵਾਨ ਵਾਲਮੀਕ ਜੀ ਸਾਨੂੰ ਇਹ ਜੋ ਸਾਡੀ ਇੱਛਾ ਔਰ ਅਹੰਕਾਰ ਦੇ ਬਾਰੇ ਜੋ ਦੱਸੇ ਸੀ ਕਿ ਇਹਨਾਂ ਦਾ ਕਰਕੇ ਅਸੀਂ ਇਹ ਸੰਸਾਰ ਦੇ ਵਿੱਚ ਫਸ ਜਾਂਦੇ ਹਾਂ, ਉਹਨਾਂ ਦੇ ਬਾਰੇ ਸਾਨੂੰ ਉਪਦੇਸ਼ ਕਰਦੇ ਹਨ ਕਿ ਅਸੀਂ ਇਹ ਦੋਨੋਂ ਇੱਛਾ ਔਰ ਅਹੰਕਾਰ, ਇਹ ਵਿਕਲਪਾਂ ਨੂੰ ਅਸੀਂ ਤਿਆਗਣਾ ਹੈ, ਇਹਨਾਂ ਤੋਂ ਆਪਣੇ ਆਪ ਨੂੰ ਦੂਰ ਕਰਨਾ ਹੈ। ਆਪਣੇ ਸਰੂਪ ਜਿਹੜਾ ਸਾਡਾ ਸੱਚਾ ਸਰੂਪ ਸਾਡੀ ਆਤਮਾ ਹੈ ਉਹਦੇ ਵਿੱਚ ਅਸੀਂ ਟਿਕਣਾ ਹੈ, ਔਰ ਅਸੀਂ ਉਹ ਕਰਮ ਕਰਨੇ ਹਨ। ਸਾਡਾ ਆਚਰਣ, ਸਾਡਾ ਜੀਵਨ ਬਿਤਾਉਣ ਦਾ, ਰਹਿਣ ਬਹਿਣ ਦਾ ਜਿਹੜਾ ਤਰੀਕਾ ਹੈ ਉਹ ਸਾਨੂੰ ਪਰਮਾਤਮਾ ਦੇ ਨਾਮ ਦੇ ਵਿੱਚ ਰਹਿ ਕੇ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਸਾਨੂੰ ਬਾਣੀ ਦੱਸਦੀ ਹੈ, ਸੰਤ ਮਹਾਤਮਾ ਦੱਸਦੇ ਹਨ, ਉਸ ਤਰ੍ਹਾਂ ਸਾਡਾ ਆਚਰਣ ਭਾਵ ਕਿ ਸਾਡਾ ਰਹਿਣ ਬਹਿਣ ਦਾ ਤਰੀਕਾ ਹੋਣਾ ਚਾਹੀਦਾ ਹੈ, ਔਰ ਅੰਦਰੋਂ ਸਾਨੂੰ ਬਿਲਕੁਲ ਨਿਰਲੇਪ ਹੋ ਕੇ ਰਹਿਣਾ ਚਾਹੀਦਾ ਹੈ। ਅਸੀਂ ਇਹ ਸੰਸਾਰ ਦੇ ਨਾਲ ਨਹੀਂ ਜੁੜਨਾ, ਇਹ ਤੋਂ ਅਸੀਂ ਆਪਣੇ ਆਪ ਨੂੰ ਦੂਰ ਕਰਨਾ ਹੈ। ਤੇ ਇਹ ਜੋ ਭੋਗਣਾ ਔਰ ਅਸੀਂ ਇਹ ਸੰਸਾਰ ਦੇ ਵਿੱਚ ਕਰਨਾ ਹੈ, ਇਹ ਸਾਡਾ ਕਰਤੱਵ ਨਹੀਂ ਹੋਣਾ ਚਾਹੀਦਾ। ਅਸੀਂ ਕਿਹੜੀ ਗ੍ਰਹਿਣ ਕਰਨਾ ਹੈ ਜਾਂ ਕਿਹੜੀ ਚੀਜ਼ ਦਾ ਤਿਆਗ ਕਰਨਾ ਹੈ, ਇਹ ਸਾਡੇ ਤੇ ਨਿਰਭਰ ਕਰਦਾ ਹੈ। ਅਸੀਂ ਸੰਸਾਰ ਦੇ ਪਦਾਰਥਾਂ ਨੂੰ ਇਹਦਾ ਤਿਆਗ ਕਰਨਾ ਹੈ, ਇਹਨਾਂ ਨੂੰ ਗ੍ਰਹਿਣ ਨਹੀਂ ਕਰਨਾ। ਅਸੀਂ ਆਪਣੀ ਅੰਦਰ ਝਾਤੀ ਮਾਰਨੀ ਹੈ, ਆਪਣੇ ਮਨ ਨੂੰ ਅੰਤਰਮੁਖੀ ਕਰਨਾ ਹੈ ਤਾਂ ਕਿ ਅਸੀਂ ਆਤਮਾ ਦੇ ਨਾਲ ਜੁੜ ਸਕੀਏ। ਇਹ ਜੋ ਸੰਸਾਰ ਦੇ ਵਿੱਚ ਹੁੰਦਾ ਹੈ ਉਹ ਸਾਡਾ ਕਰਤੱਵ ਨਹੀਂ ਹੈ। ਇਹ ਜਿੰਨੇ ਵੀ ਪਦਾਰਥ ਹਨ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ, ਇਹ ਸਾਰੇ ਮਿਥਿਆ ਹਨ। ਜਿਸ ਤਰ੍ਹਾਂ ਇੰਦਰਜਾਲ ਦੀ ਮਾਇਆ ਹੁੰਦੀ ਹੈ ਉਸੇ ਤਰ੍ਹਾਂ ਹਨ। ਸੋ ਅਸੀਂ ਆਪਣੇ ਆਪ ਨੂੰ ਸੱਚ ਦੇ ਨਾਲ ਜੋੜਨਾ ਹੈ। ਉਹ ਸੱਚ ਸਾਡੇ ਅੰਦਰ ਹੈ, ਉਹ ਸਾਡੀ ਆਤਮਾ ਦੇ ਰੂਪ ਦੇ ਵਿੱਚ ਉਹ ਪਰਮਾਤਮਾ ਜੋ ਟਿਕਿਆ ਹੋਇਆ ਹੈ ਉਹ ਸੱਚ ਹੈ। ਔਰ ਜੋ ਅਸੀਂ ਬਾਹਰ ਇਹ ਸੰਸਾਰ ਦੇਖਦੇ ਹਾਂ ਇਹ ਇੱਕ ਝੂਠ ਹੈ। ਝੂਠ ਤੋਂ ਦੂਰ ਕਰਨਾ ਹੈ ਆਪਣੇ ਆਪ ਨੂੰ, ਤੇ ਜੋ ਸੱਚ ਸਾਡੇ ਅੰਦਰ ਹੈ ਉਹਦੇ ਨਾਲ ਜੁੜਨਾ ਹੈ, ਉਹਦੇ ਵਿੱਚ ਅਸੀਂ ਟਿਕਣਾ ਹੈ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਔਰ ਰਾਮਚੰਦਰ ਨੂੰ ਉਹਨਾਂ ਦੇ ਗੁਰੂ ਇਸ ਬਾਣੀ ਦਾ ਉਪਦੇਸ਼ ਕਰਦੇ ਹਨ, ਮਿਥਿਆ ਪਦਾਰਥਾਂ ਵਿੱਚ ਭਰੋਸਾ ਕਰਨਾ ਤੇ ਉਸ ਵਿੱਚ ਗ੍ਰਹਿਣ ਤੇ ਤਿਆਗ ਕਰਨਾ ਕੀ ਹੈ। ਕਿ ਇਹ ਜੋ ਝੂਠੇ ਪਦਾਰਥ ਹਨ, ਇਹ ਮਿਥਿਆ ਪਦਾਰਥ ਹਨ, ਇਹਨਾਂ ਦੇ ਵਿੱਚ ਵਿਸ਼ਵਾਸ ਕਰਨਾ ਜਾਂ ਉਹਨਾਂ ਨੂੰ ਅਸੀਂ ਗ੍ਰਹਿਣ ਕਰਨਾ, ਪਾਉਣ ਦੀ ਕੋਸ਼ਿਸ਼ ਕਰਨੀ ਜਾਂ ਉਹਨਾਂ ਦਾ ਅਸੀਂ ਤਿਆਗ ਕਰਨਾ, ਇਹ ਅਸਲ ਦੇ ਵਿੱਚ ਕੀ ਹੈ। ਸਾਰੇ ਸੰਸਾਰ ਦਾ ਬੀਜ ਅਵਿਦਿਆ ਹੈ ਤੇ ਉਹ ਅਵਿਦਿਆ ਸਰੂਪ ਦੇ ਪ੍ਰਭਾਵ ਨਾਲ ਨਾ ਮੌਜੂਦ ਹੀ ਸੱਚ ਲੱਗਦੀ ਹੈ। ਇਹ ਜੋ ਸਾਰੇ ਸੰਸਾਰ ਦਾ ਬੀਜ ਹੈ ਇਹ ਅਵਿਦਿਆ ਭਾਵ ਕਿ ਅਗਿਆਨਤਾ ਹੈ। ਕਿਉਂਕਿ ਸਾਡੇ ਵਿੱਚ ਸੱਚਾ ਗਿਆਨ ਨਹੀਂ ਹੈ, ਅਸੀਂ ਅਵਿਦਿਆ ਦੇ ਨਾਲ ਭਰੇ ਹੋਏ ਹੈ, ਅਗਿਆਨਤਾ ਦੇ ਨਾਲ ਭਰੇ ਹੋਏ ਹਾਂ। ਔਰ ਅਗਿਆਨਤਾ ਦਾ ਕਰਕੇ ਅਸੀਂ ਆਪਣਾ ਜਿਹੜਾ ਸਾਡਾ ਸੱਚਾ ਸਰੂਪ ਹੈ, ਸਾਡੀ ਆਤਮਾ ਹੈ, ਉਸ ਨੂੰ ਅਸੀਂ ਸਮਝ ਨਹੀਂ ਸਕੇ। ਅਸੀਂ ਉਸ ਤੋਂ ਦੂਰ ਹਾਂ ਤੇ ਉਸ ਦਾ ਕਰਕੇ ਹੀ ਇਹ ਜਿਹੜਾ ਨਾ ਮੌਜੂਦ ਸੱਚ, ਇਹ ਸੰਸਾਰ ਜੋ ਹੈ ਉਹ ਸੱਚ ਲੱਗਦਾ ਹੈ, ਪਰ ਇਹ ਇੱਕ ਝੂਠ ਹੈ। ਕਿਉਂਕਿ ਸਾਨੂੰ ਸਾਡੀ ਆਤਮਾ ਦੇ ਬਾਰੇ ਸੱਚਾ ਗਿਆਨ ਨਹੀਂ ਹੈ, ਇਸ ਕਰਕੇ ਅਸੀਂ ਝੂਠ ਦੇ ਨਾਲ ਜੁੜ ਜਾਂਦੇ ਹਾਂ, ਇਸ ਸੰਸਾਰ ਦੇ ਨਾਲ ਜੁੜ ਜਾਂਦੇ ਹਾਂ। ਚਿੱਤ ਵਿੱਚ ਚੇਤਮਈ ਵਾਸ਼ਨਾ ਫੁਰਦੀ ਹੈ, ਉਹ ਮੋਹ ਦਾ ਕਾਰਨ ਹੈ। ਸਾਡੇ ਜਿਹੜੇ ਮਨ ਦੀ ਸ਼ਕਤੀ ਹੈ ਚਿੱਤ, ਉਸ ਵਿੱਚ ਸਾਡੇ ਵਿੱਚ
वासना फुरदी है, संसारी वासना उठती है जो मोह ਦਾ ਕਾਰਨ ਬਣਦੀ ਹੈ। ਸੰਸਾਰ ਰੂਪੀ ਵਾਸਨਾ ਦਾ ਚੱਕਰ ਹੈ, ਜਿਵੇਂ ਕਿ ਘੁਮਿਆਰ ਚੱਕਰ ਤੇ ਚੜਾ ਕੇ ਮਿੱਟੀ ਨਾਲ ਅਨੇਕ ਪ੍ਰਕਾਰ ਦੇ ਕੜੇ ਆਦਿਕ ਭਾਂਡੇ ਰਚਦਾ ਹੈ, ਤਿਵੇਂ ਹੀ ਚਿੱਤ ਤੋਂ ਜੋ ਚੇਤਮਈ ਵਾਸਨਾ ਫੁਰਦੀ ਹੈ ਉਹ ਸੰਸਾਰ ਦੇ ਪਦਾਰਥਾਂ ਨੂੰ ਪੈਦਾ ਕਰਦੀ ਹੈ। ਸੋ ਭਗਵਾਨ ਵਾਲਮੀਕ ਜੀ ਫਿਰ ਸਾਨੂੰ ਬੜੀ ਸੋਹਣੀ ਮਿਸਾਲ ਦਿੰਦੇ ਹਨ ਕਿ ਜਿਸ ਤਰ੍ਹਾਂ ਘੁਮਿਆਰ ਦਾ ਚੱਕਰ ਹੁੰਦਾ ਹੈ, ਉਹ ਉੱਤੇ ਮਿੱਟੀ ਚੜਾ ਕੇ ਉਹ ਮਿੱਟੀ ਦੇ ਅਨੇਕਾਂ ਪ੍ਰਕਾਰ ਦੇ ਕੜੇ ਭਾਂਡੇ ਆਦਿਕ ਬਣਾਉਂਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਇਹ ਜੋ ਸਾਡੇ ਮਨ ਦੀ ਸ਼ਕਤੀ ਜੋ ਚਿੱਤ ਹੈ, ਇਹਦੇ ਵਿੱਚੋਂ ਜੋ ਸੰਸਾਰੀ ਵਾਸਨਾ ਉੱਠਦੀ ਹੈ ਉਹ ਸੰਸਾਰ ਦੇ ਪਦਾਰਥਾਂ ਨੂੰ ਪੈਦਾ ਕਰਦੀ ਹੈ। ਇਹ ਜਿਹੜੀ ਵਾਸਨਾ ਹੈ ਇਹ ਹੀ ਸਾਨੂੰ ਸੰਸਾਰ ਵੱਲ ਖਿੱਚਦੀ ਹੈ। ਇਹ ਅਵਿਦਿਆ ਰੂਪੀ ਸੰਸਾਰ ਵੇਖਣ ਨੂੰ ਬੜਾ ਸੋਹਣਾ ਲੱਗਦਾ ਹੈ, ਪਰ ਜਿਵੇਂ ਵਾਂਸ ਵੱਡੇ ਵਿਸਥਾਰ ਨੂੰ ਪ੍ਰਾਪਤ ਹੁੰਦਾ ਹੈ ਤੇ ਅੰਦਰੋਂ ਖਾਲੀ ਹੈ, ਤਿਵੇਂ ਹੀ ਇਹ ਅੰਦਰੋਂ ਖਾਲੀ ਹੈ। ਤੇ ਜਿਵੇਂ ਕੇਲੇ ਦਾ ਬਿਰਛ ਵੇਖਣ ਨੂੰ ਵਿਸਤਾਰ ਸਹਿਤ ਦਿਸਦਾ ਹੈ ਤੇ ਉਸ ਦੇ ਅੰਦਰ ਸਾਰ ਕੁਝ ਨਹੀਂ ਹੁੰਦਾ, ਤਿਵੇਂ ਹੀ ਸੰਸਾਰ ਅਸਾਰ ਰੂਪ ਹੈ। ਜਿਵੇਂ ਨਦੀ ਦਾ ਪ੍ਰਵਾਹ ਚੱਲਦਾ ਹੈ ਤਿਵੇਂ ਹੀ ਸੰਸਾਰ ਨਾਸ਼ ਰੂਪ ਹੈ। ਸੋ ਭਗਵਾਨ ਵਾਲਮੀਕ ਜੀ ਸਾਨੂੰ ਵੱਖਰੀਆਂ ਵੱਖਰੀਆਂ ਉਦਾਹਰਨਾਂ ਦੇ ਕੇ ਸਮਝਾਉਂਦੇ ਹਨ ਕਿ ਇਹ ਅਗਿਆਨਤਾ ਦਾ ਕਰਕੇ, ਅਵਿਦਿਆ ਦਾ ਕਰਕੇ ਇਹ ਸੰਸਾਰ ਜੋ ਹੈ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਹੈ, ਪਰ ਉਦਾਹਰਣ ਦੇ ਕੇ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਬਾਂਸ ਹੁੰਦਾ ਹੈ ਉਹਦਾ ਬੜਾ ਵੱਡਾ ਵਿਸਤਾਰ ਹੁੰਦਾ ਹੈ, ਪਰ ਅੰਦਰੋਂ ਬਾਂਸ ਜਿਹੜਾ ਹੁੰਦਾ ਹੈ ਖਾਲੀ ਹੁੰਦਾ ਹੈ। ਔਰ ਜਿਸ ਤਰ੍ਹਾਂ ਕੇਲੇ ਦਾ ਬਿਰਛ ਦੇਖਣ ਨੂੰ ਬੜਾ ਵੱਡਾ ਦਿਸਦਾ ਨਜ਼ਰ ਆਉਂਦਾ ਹੈ, ਪਰ ਉਹ ਵੀ ਅੰਦਰੋਂ ਉਹਦਾ ਕੋਈ ਉਹਦੇ 'ਚ ਤਾਕਤ ਨਹੀਂ ਹੁੰਦੀ, ਸਾਰ ਕੁਛ ਨਹੀਂ ਉਹਦਾ ਹੁੰਦਾ, ਅੰਦਰੋਂ ਖੋਖਲਾ ਹੁੰਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਇਹ ਸੰਸਾਰ ਦੇਖਣ ਨੂੰ ਹੀ ਸੋਹਣਾ ਲੱਗਦਾ ਹੈ, ਪਰ ਅੰਦਰੋਂ ਇਹ ਅਸਾਰ ਰੂਪ ਹੈ, ਖੋਖਲਾ ਹੈ। ਬਿਲਕੁਲ ਉਸੇ ਹੀ ਤਰ੍ਹਾਂ ਜਿਸ ਤਰ੍ਹਾਂ ਨਦੀ ਦਾ ਵਿੱਚ ਪਾਣੀ ਹੈ ਉਹ ਦੌੜਦਾ ਜਾਂਦਾ ਹੈ, ਬਿਲਕੁਲ ਇਸੇ ਹੀ ਤਰ੍ਹਾਂ ਇਹ ਸੰਸਾਰ ਜੋ ਹੈ ਇਹ ਨਾਸ਼ ਰੂਪ ਹੈ। ਇਹਨੇ ਇੱਕ ਦਿਨ ਖਤਮ ਹੋ ਜਾਣਾ ਹੈ। ਜਦੋਂ ਸਾਡਾ ਅੰਤ ਦਾ ਸਮਾਂ ਆਏਗਾ ਉਸ ਦੇ ਨਾਲ ਹੀ ਸਾਡੇ ਲਈ ਇਹ ਸੰਸਾਰ ਵੀ ਨਾਸ਼ ਹੋ ਜਾਣਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਬ੍ਰੇਕ ਦਾ ਸਮਾਂ ਆ ਰਿਹਾ ਹੈ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਅਸੀਂ ਤੁਹਾਡੇ ਨਾਲ ਭਗਵਾਨ ਵਾਲਮੀਕ ਜੀ ਦੀ ਬਾਣੀ ਲੈ ਕੇ ਜੁੜਾਂਗੇ। ਜੋ ਬੋਲੇ ਸੋ ਨਿਰਭੈ। ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਮੰਦਰ ਵਿੱਚ ਜਿਨ੍ਹਾਂ ਸੇਵਕਾਂ, ਮੰਦਰ ਵਿੱਚ ਜਿਨ੍ਹਾਂ ਸੇਵਕਾਂ, ਨਾਮ ਦੀ ਜੋਤ ਜਗਾ ਲਈ ਵਾਲਮੀਕ ਜੀ ਦੇ ਦਰ ਤੇ ਆ ਕੇ ਉਹਨਾਂ ਨੇ ਮੁਕਤੀ ਪਾ ਲਈ, ਉਹਨਾਂ ਨੇ ਮੁਕਤੀ
ਸੋ ਨਿਰਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਗੁਰੂ ਪਿਆਰੇ ਸਾਧ ਸੰਗਤ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਅਸੀਂ ਕਾਂਸ਼ੀ ਟੀਵੀ ਦੇ ਮਾਧਿਅਮ ਰਾਹੀਂ ਆਪ ਦੇ ਨਾਲ ਭਗਵਾਨ ਵਾਲਮੀਕ ਜੀ ਦੀ ਬਾਣੀ ਲੈ ਕੇ ਜੁੜਦੇ ਹਾਂ। ਭਗਵਾਨ ਵਾਲਮੀਕ ਜੀ ਆਪਣੀ ਬਾਣੀ ਵਿੱਚ ਸਮਝਾਉਂਦੇ ਹਨ, ਇਸ ਅਵਿਦਿਆ ਨੂੰ ਫੜੀਏ ਤਾਂ ਕੁਝ ਗ੍ਰਹਿਣ ਨਹੀਂ ਹੁੰਦਾ, ਕੋਮਲ ਲੱਗਦੀ ਹੈ ਪਰ ਅਤਿਅੰਤ ਨਾਸ਼ ਰੂਪ ਹੈ, ਤੇ ਪ੍ਰਗਟ ਆਕਾਰ ਵੀ ਨਜ਼ਰ ਆਉਂਦੇ ਹਨ ਪਰ ਮਿਰਗ ਤ੍ਰਿਸ਼ਨਾ ਦੇ ਜਾਲ ਵਾਂਗ ਅਸਤ ਰੂਪ ਹੈ। ਸੋ ਅਵਿਦਿਆ ਦੇ ਬਾਰੇ ਭਗਵਾਨ ਵਾਲਮੀਕ ਜੀ ਅਗਿਆਨਤਾ ਦੇ ਬਾਰੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਜੇ ਅਸੀਂ ਇਸ ਨੂੰ ਫੜੀਏ ਤਾਂ ਸਾਨੂੰ ਕੁਝ ਗ੍ਰਹਿਣ ਨਹੀਂ ਹੋਵੇਗਾ, ਸਾਨੂੰ ਕੁਝ ਨਹੀਂ ਮਿਲੇਗਾ। ਬੜੀ ਕੋਮਲ ਲੱਗਦੀ ਹੈ ਇਹ ਜੋ ਗਿਆਨਤਾ ਹੈ, ਪਰ ਇਹਦਾ ਅੰਤ ਨਾਸ਼ਰੂਪ ਹੈ। ਇਸ ਦਾ ਕਰਕੇ ਅਵਿਦਿਆ ਦਾ ਕਰਕੇ ਸਾਨੂੰ ਆਕਾਰ ਨਜ਼ਰ ਆਉਂਦੇ ਹਨ ਸਾਡੇ ਸਾਹਮਣੇ, ਜਿਸ ਤਰ੍ਹਾਂ ਇਹ ਸੰਸਾਰ ਹੈ। ਪਰ ਇਹ ਜੋ ਹਨ ਕਿ ਜਿਸ ਤਰ੍ਹਾਂ ਮ੍ਰਿਗ ਤ੍ਰਿਸ਼ਨਾ ਦਾ ਪਾਣੀ ਹੁੰਦਾ ਹੈ, ਭਗਵਾਨ ਵਾਲਮੀਕ ਜੀ ਬਹੁਤ ਵਾਰੀ ਸਾਨੂੰ ਉਦਾਹਰਣ ਦੇ ਕੇ ਸਮਝਾਉਂਦੇ ਹਨ। ਇਹ ਜੋ ਮ੍ਰਿਗ ਤ੍ਰਿਸ਼ਨਾ ਹੈ ਕਿ ਰੇਗਿਸਤਾਨ ਦੇ ਵਿੱਚ ਜਦੋਂ ਸੂਰਜ ਚਮਕਦਾ ਹੈ ਤੇ ਉਹਦੀਆਂ ਜਿਹੜੀਆਂ ਕਿਰਨਾਂ ਰੇਤਾਂ 'ਤੇ ਪੈਂਦੀਆਂ ਹਨ ਤੇ ਦੂਰੋਂ ਇਸ ਤਰ੍ਹਾਂ ਲੱਗਦਾ ਹੈ ਕਿ ਪਾਣੀ ਹੈ, ਪਰ ਉਹ ਇੱਕ ਚਮਕ ਹੁੰਦੀ ਹੈ। ਜਦੋਂ ਅਸੀਂ ਉਹ ਪਾਣੀ ਵੱਲ ਜਾਂਦੇ ਹਾਂ ਤੇ ਉਹ ਚਮਕ ਹੁੰਦੀ ਹੈ, ਕੁਛ ਨਹੀਂ ਹੁੰਦਾ, ਪਾਣੀ ਉੱਥੇ ਕੁਛ ਨਹੀਂ ਹੁੰਦਾ। ਉੱਥੋਂ ਹੀ ਅੱਗੇ ਅਸੀਂ ਝਾਤੀ ਮਾਰੀਏ ਤਾਂ ਫਿਰ ਸਾਨੂੰ ਅੱਗੇ ਉਹ ਪਾਣੀ ਨਜ਼ਰ ਆਵੇਗਾ, ਪਰ ਉਹ ਇੱਕ ਚਮਕ ਹੁੰਦੀ ਹੈ, ਪਾਣੀ ਨਹੀਂ ਹੁੰਦਾ। ਬਿਲਕੁਲ ਇਸੇ ਹੀ ਤਰ੍ਹਾਂ ਇਹ ਸੰਸਾਰ ਹੈ। ਇਹ ਸਾਡੇ ਵਿੱਚ ਜੋ ਅਗਿਆਨਤਾ ਹੈ, ਅਵਿਦਿਆ ਹੈ, ਉਸ ਦਾ ਕਰਕੇ ਇਹ ਸਾਨੂੰ ਸੱਚ ਨਜ਼ਰ ਆਉਂਦਾ ਹੈ, ਪਰ ਇਹ ਇੱਕ ਚਮਕ ਹੈ। ਅਵਿਦਿਆ ਮਾਇਆ ਜਿਸ ਤੋਂ ਜਗਤ ਉਪਜਾ ਹੈ, ਕਿਤੇ ਵਿਕਾਰ ਹੈ, ਕਿਤੇ ਸਪਸ਼ਟ ਹੈ, ਕਿਤੇ ਵੱਡਾ ਰੂਪ ਲੱਗਦੀ ਹੈ ਤੇ ਆਤਮਾ ਤੋਂ ਵੱਖਰੇ ਭਾਵ ਨੂੰ ਪ੍ਰਾਪਤ ਹੁੰਦੀ ਹੈ। ਸੋ ਇਹ ਜੋ ਅਵਿਦਿਆ, ਅਗਿਆਨਤਾ ਕਹਿ ਲਓ, ਇਸ ਨੂੰ ਮਾਇਆ ਕਹਿ ਲਓ, ਜਿਸ ਦਾ ਕਰਕੇ ਇਹ ਸੰਸਾਰ ਉਪਜਦਾ ਹੈ, ਇਹਦੇ ਵਿੱਚ ਕਿਤੇ ਵਿਕਾਰ ਹਨ, ਕਿਤੇ ਦੇਖਣ ਨੂੰ ਸੱਚ ਵੀ ਲੱਗਦਾ ਹੈ ਤੇ ਇਹਦਾ ਬੜਾ ਵੱਡਾ ਵਿਸਤਾਰ ਹੈ। ਪਰ ਇਹ ਜੋ ਅਵਿਦਿਆ ਹੈ, ਇਹ ਆਤਮਾ ਤੋਂ ਵੱਖਰੇ ਭਾਵ ਨੂੰ ਪ੍ਰਾਪਤ ਹੁੰਦੀ ਹੈ ਕਿ ਆਤਮਾ ਔਰ ਅਵਿਦਿਆ ਦਾ ਕੋਈ ਆਪਸ ਵਿੱਚ ਸੰਬੰਧ ਨਹੀਂ ਹੈ, ਕਿਉਂਕਿ ਜੋ ਸਾਡੀ ਆਤਮਾ ਹੈ ਉਹ ਸਾਡਾ ਸੱਚਾ ਸਰੂਪ ਹੈ, ਉਹ ਸੱਚ ਹੈ, ਆਪਣੇ ਆਪ ਵਿੱਚ ਟਿਕਿਆ ਹੋਇਆ ਹੈ। ਔਰ ਜੋ ਅਵਿਦਿਆ ਹੈ ਇਹ ਕਦੀ ਵੀ ਇਸ ਸਾਡੇ ਸੱਚੇ ਸਰੂਪ ਦੇ ਨਾਲ ਜੁੜ ਨਹੀਂ ਸਕਦੀ, ਬਿਲਕੁਲ ਉਸ ਤੋਂ ਵੱਖਰੀ ਹੈ। ਜੜ ਹੈ ਪਰ ਆਤਮਾ ਦੀ ਸਤਾ ਪਾ ਕੇ ਚੇਤਨ ਹੁੰਦੀ ਹੈ ਤੇ ਚੇਤਨ ਰੂਪ ਲੱਗਦੀ ਹੈ ਤਾਂ ਵੀ ਅਸਤ ਰੂਪ ਹੈ। ਇਹ ਜੋ ਅਵਿਦਿਆ ਹੈ ਇਹ ਜੜ ਹੈ, ਇਹਦੇ 'ਚ ਕੋਈ ਚੇਤਨਤਾ ਨਹੀਂ ਹੈ, ਪਰ ਜਦੋਂ ਇਹਨੂੰ ਆਤਮਿਕ ਸ਼ਕਤੀ ਮਿਲਦੀ ਹੈ ਤਾਂ ਫਿਰ ਹੀ ਇਹ ਚੇਤਨ ਰੂਪ ਹੁੰਦੀ ਹੈ। ਜਿਸ ਤਰ੍ਹਾਂ ਸਾਡਾ ਸਰੀਰ ਹੈ, ਦੇਖੋ ਜੜ ਹੈ, ਪਰ ਜਦੋਂ ਇਹਨੂੰ ਆਤਮਾ ਤੋਂ ਚੇਤਤਾ ਮਿਲਦੀ ਹੈ ਫਿਰ ਹੀ ਇਹਦੇ ਵਿੱਚ ਚੇਤਨਾ ਆਉਂਦੀ ਹੈ। ਪਰ ਇਹ ਫਿਰ ਵੀ ਇਹ ਇੱਕ ਝੂਠ ਰੂਪ ਹੈ। ਸਾਡੀ ਆਤਮਾ ਹੀ ਜੋ ਹੈ ਉਹ ਇੱਕ ਸੱਚ ਹੈ। ਇਹ ਜੋ ਕੁਝ ਵੀ ਹੈ, ਇਹ ਸੰਸਾਰ, ਇਹ ਸਰੀਰ, ਇਹ ਸਭ ਸਾਡੀ ਆਤਮਾ ਦਾ ਹੀ ਇੱਕ ਚਮਤਕਾਰ ਹੈ, ਆਤਮਾ ਦੀ ਇੱਕ ਚਮਕ ਹੈ, ਔਰ ਇਹ ਸੱਚ ਨਹੀਂ ਹਨ। ਇੱਕ ਪਲ ਦੇ ਭੁੱਲਣ ਨਾਲ ਉਹ ਵੱਡੇ ਭਰਮ ਨੂੰ ਵਿਖਾਉਂਦੀ ਹੈ। ਜਿੱਥੇ ਨਿਰਮਲ ਪ੍ਰਕਾਸ਼ ਉਹ ਆਤਮਾ ਹੈ, ਉਸ ਵਿੱਚ ਹਨੇਰਾ ਵਿਖਾਉਂਦੀ ਹੈ ਕਿ ਮੈਂ ਆਤਮਾ ਨੂੰ ਨਹੀਂ ਜਾਣਦੀ। ਇਹ ਦੇਖੋ ਅਵਿਦਿਆ ਦੇ ਬਾਰੇ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਂਦੇ ਹਨ ਕਿ ਜਦੋਂ ਅਸੀਂ ਇੱਕ ਪਲ ਵੀ ਅਸੀਂ ਜੇ ਭੁੱਲ ਜਾਈਏ ਤੇ ਇਹ ਜਿਹੜੀ ਅਵਿਦਿਆ ਹੈ, ਅਗਿਆਨਤਾ ਹੈ, ਇਹ ਸਾਨੂੰ ਵੱਡੇ ਭਰਮਾਂ ਦੇ ਵਿੱਚ ਪਾ ਦਿੰਦੀ ਹੈ। ਔਰ ਜਿੱਥੇ ਸਾਡਾ ਸੱਚਾ ਸਰੂਪ ਨਿਰਮਲ ਪ੍ਰਕਾਸ਼ ਰੂਪ ਆਤਮਾ ਹੈ, ਉਥੇ ਵੀ ਇਹ ਹਨੇਰਾ ਕਰ ਦਿੰਦੀ ਹੈ। ਭਾਵ ਕਿ ਇਹ ਗਿਆਨਤਾ, ਅਵਿਦਿਆ ਸਾਨੂੰ
ਸਾਡੀ ਆਤਮਾ ਤੋਂ ਵੀ ਦੂਰ ਕਰਦੀ ਹੈ ਔਰ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਵਿਦਿਆ ਕਿ ਮੈਂ ਆਤਮਾ ਨੂੰ ਨਹੀਂ ਜਾਣਦੀ, ਤਾਂ ਕਿ ਅਸੀਂ ਵੀ ਆਤਮਾ ਤੋਂ ਦੂਰ ਹੋਈਏ। ਜਿਵੇਂ ਉੱਲੂ ਨੂੰ ਸੂਰਜ ਵਿੱਚ ਹਨੇਰਾ ਪ੍ਰਤੀਤ ਹੁੰਦਾ ਹੈ, ਤਿਵੇਂ ਹੀ ਮੂਰਖਾਂ ਨੂੰ ਅਨੁਭਵ ਰੂਪ ਆਤਮਾ ਨਹੀਂ ਜਾਪਦਾ, ਜਗਤ ਲੱਗਦਾ ਹੈ ਜੋ ਅਸਤ ਰੂਪ ਹੈ। ਸੋ ਭਗਵਾਨ ਵਾਲਮੀਕ ਜੀ ਫਿਰ ਸਾਨੂੰ ਉੱਲੂ ਦੀ ਉਦਾਹਰਣ ਦੇ ਕੇ ਸਮਝਾਉਂਦੇ ਹਨ ਕਿ ਜਿਹੜਾ ਉੱਲੂ ਹੁੰਦਾ ਹੈ, ਸੂਰਜ ਚੜ੍ਹਿਆ ਹੋਵੇ, ਦਿਨ ਦੀ ਰੋਸ਼ਨੀ ਹੋਵੇ, ਫਿਰ ਵੀ ਉਹਨੂੰ ਹਨੇਰਾ ਹੀ ਪ੍ਰਤੀਤ ਹੁੰਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਜਿਹੜੇ ਮੂਰਖ ਜੀਵ ਹਨ, ਉਹਨਾਂ ਨੂੰ ਆਪਣੀ ਆਤਮਾ ਜਿਹੜੀ ਹੈ ਉਹ ਮਹਿਸੂਸ ਨਹੀਂ ਹੁੰਦੀ ਔਰ ਉਹਨਾਂ ਨੂੰ ਇਹ ਸੰਸਾਰ ਨਜ਼ਰ ਆਉਂਦਾ ਹੈ। ਸੋ ਸੱਚ ਜਿਹੜਾ ਹੈ ਉਹ ਉਹਨਾਂ ਨੂੰ ਉਹਦਾ ਅਨੁਭਵ ਨਹੀਂ ਹੁੰਦਾ। ਉਸ ਤੋਂ ਦੂਰ ਹੋ ਕੇ ਇਹ ਜਿਹੜਾ ਇੱਕ ਝੂਠ ਹੈ, ਇੱਕ ਮਿਥਿਆ ਭਰਮ ਸੰਸਾਰ ਹੈ, ਉਹ ਉਹਨਾਂ ਨੂੰ ਪ੍ਰਤੀਤ ਹੁੰਦਾ ਹੈ। ਔਰ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਭਗਵਾਨ ਵਾਲਮੀਕ ਜੀ ਸਾਨੂੰ ਬਾਰ-ਬਾਰ ਸਮਝਾਉਂਦੇ ਹਨ ਕਿ ਇਹ ਜੋ ਸੰਸਾਰ ਹੈ ਇਹ ਅਸਤ ਰੂਪ ਭਾਵੇਂ ਇੱਕ ਝੂਠ ਹੈ। ਜਿਵੇਂ ਮਿਰਗ ਤ੍ਰਿਸ਼ਨਾ ਦੀ ਨਦੀ ਵਿਸਤਾਰ ਸਹਿਤ ਭਾਸਦੀ ਹੈ, ਤਿਵੇਂ ਹੀ ਵਿਦਿਆ ਵੱਖ-ਵੱਖ ਰੰਗ, ਵਿਲਾਸ, ਵਿਕਾਰ, ਵਿਸ਼ਮ, ਸੁਖਮ, ਕੋਮਲ ਤੇ ਕਠਿਨ ਰੂਪ ਹੈ। ਤੇ ਇਸਤਰੀ ਦੀ ਨਿਆਈ ਚੰਚਲ ਤੇ ਦੁੱਖ ਰੂਪ ਸਰਪਣੀ ਜੋ ਤ੍ਰਿਸ਼ਨਾ ਰੂਪੀ ਜੀਵ ਨਾਲ ਮਾਰ ਸੁੱਟਦੀ ਹੈ। ਸੋ ਭਗਵਾਨ ਵਾਲਮੀਕ ਜੀ ਫਿਰ ਸਾਨੂੰ ਮਿਰਗ ਤ੍ਰਿਸ਼ਨਾ ਦੀ ਉਦਾਹਰਣ ਦੇ ਕੇ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਮਿਰਗ ਤ੍ਰਿਸ਼ਨਾ ਦੀ ਉਹ ਰੇਗਿਸਤਾਨ ਦੇ ਵਿੱਚ ਸੂਰਜ ਦੀ ਚਮਕ ਦੇ ਨਾਲ ਜੋ ਨਦੀ ਸਾਨੂੰ ਨਜ਼ਰ ਆਉਂਦੀ ਹੈ, ਇਹ ਅਵਿਦਿਆ ਵੀ ਬਿਲਕੁਲ, ਇਹ ਗਿਆਨਤਾ ਵੀ ਬਿਲਕੁਲ ਉਸੇ ਹੀ ਤਰ੍ਹਾਂ ਹੈ। ਵੱਖਰੇ ਵੱਖਰੇ ਰੰਗ, ਵਿਲਾਸ, ਇਹ ਵਿਕਾਰ ਜੋ ਹਨ ਸੰਸਾਰੀ, ਜੋ ਵੀ ਵਿਸ਼ਮ, ਸੁਖਮ, ਕੋਮਲ ਤੇ ਜੋ ਵੀ ਕਠਿਨ ਰੂਪ ਹੈ, ਇਹ ਸਾਰੇ ਦਿਖਾਉਂਦੀ ਹੈ। ਦੇਖੋ ਜਿਸ ਤਰ੍ਹਾਂ ਇੱਕ ਇਸਤਰੀ ਹੁੰਦੀ ਹੈ, ਬੜੀ ਚੰਚਲ ਹੁੰਦੀ ਹੈ, ਇਹ ਵਿਦਿਆ ਵੀ ਬਿਲਕੁਲ ਉਸੇ ਹੀ ਤਰ੍ਹਾਂ ਹੈ। ਜਿਸ ਤਰ੍ਹਾਂ ਦੇਖੋ ਦੁੱਖ ਰੂਪ ਇੱਕ ਸਪਣੀ ਹੁੰਦੀ ਹੈ, ਉਹ ਤ੍ਰਿਸ਼ਨਾ ਰੂਪੀ ਜੀਵ ਨਾਲ ਇਨਸਾਨ ਨੂੰ ਮਾਰ ਸੁੱਟਦੀ ਹੈ। ਇਹ ਅਵਿਦਿਆ ਬਿਲਕੁਲ ਉਹੋ ਜਿਹੀ ਚੀਜ਼ ਹੈ ਕਿ ਅਵਿਦਿਆ ਦਾ ਕਰਕੇ ਅਸੀਂ ਸੰਸਾਰ ਦੇ ਵਿੱਚ ਦੁੱਖ ਪ੍ਰਾਪਤ ਕਰਦੇ ਹਾਂ। ਭਗਵਾਨ ਵਾਲਮੀਕ ਜੀ ਵਿਦਿਆ ਬਾਰੇ ਦੱਸਦੇ ਹਨ ਕਿ ਉਹ ਦੀਵੇ ਦੀ ਲੋ ਵਾਂਗ ਪ੍ਰਕਾਸ਼ਵਾਨ ਹੈ। ਕਿ ਜਿਸ ਤਰ੍ਹਾਂ ਦੇਖੋ ਜਦੋਂ ਅਸੀਂ ਦੀਵਾ ਜਗਾਉਂਦੇ ਹਾਂ ਤੇ ਉਹਦਾ ਪ੍ਰਕਾਸ਼ ਹੁੰਦਾ ਹੈ, ਵਿਦਿਆ ਵੀ ਬਿਲਕੁਲ ਉਸੇ ਹੀ ਤਰ੍ਹਾਂ ਹੈ। ਜਿਹੜੇ ਮੂਰਖ ਜੀਵ ਹਨ ਉਹਨਾਂ ਦੇ ਵਿੱਚ ਅਵਿਦਿਆ ਦਾ ਕਰਕੇ, ਅਗਿਆਨਤਾ ਦਾ ਕਰਕੇ ਇਹ ਅਵਿਦਿਆ ਜਿਹੜੀ ਹੈ, ਜੋ ਇਹ ਅਗਿਆਨਤਾ ਹੈ, ਇਹ ਜਿਸ ਤਰ੍ਹਾਂ ਦੀਵੇ ਦੀ ਲੋ ਹੁੰਦੀ ਹੈ ਉਸੇ ਤਰ੍ਹਾਂ ਇਹ ਵੀ ਪ੍ਰਕਾਸ਼ਮਾਨ ਹੈ। ਜਿਵੇਂ ਜਦ ਤੱਕ ਪਿਆਰ ਹੁੰਦਾ ਹੈ ਤਦ ਤੱਕ ਦੀਵੇ ਦੀ ਲੋ ਬਲਦੀ ਹੈ, ਤੇ ਜਦ ਤੇਲ ਮੁੱਕ ਜਾਂਦਾ ਹੈ ਤਾਂ ਨਿਰਵਾਣ ਹੋ ਜਾਂਦੀ ਹੈ। ਕਿ ਦੇਖੋ ਜਿਸ ਤਰ੍ਹਾਂ ਦੀਵਾ ਹੁੰਦਾ ਹੈ, ਕਿ ਜਿਸ ਤਰ੍ਹਾਂ ਦੀਵੇ ਦੇ ਵਿੱਚ ਜਿੰਨੀ ਦੇਰ ਤੱਕ ਤੇਲ ਹੁੰਦਾ ਹੈ ਉਹ ਬਲਦਾ ਹੈ, ਜਦੋਂ ਤੇਲ ਮੁੱਕ ਜਾਂਦਾ ਹੈ ਤਾਂ ਦੀਵਾ ਜਿਹੜਾ ਹੈ ਨਿਰਵਾਣ ਹੋ ਜਾਂਦਾ ਹੈ, ਉਹ ਬੁੱਝ ਜਾਂਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਤਿਵੇਂ ਹੀ ਜਦ ਭੋਗਾਂ ਵਿੱਚ ਪ੍ਰੀਤ ਹੈ ਤਦ ਤੱਕ ਵਿਦਿਆ 'ਚ ਵਾਧਾ ਹੋ ਜਾਂਦਾ ਹੈ, ਤੇ ਜਦ ਭੋਗਾਂ ਵਿੱਚ ਪਿਆਰ ਮੁੱਕਦਾ ਹੈ ਤਦ ਨਸ਼ਟ ਹੋ ਜਾਂਦੀ ਹੈ। ਕਿ ਵਿਦਿਆ ਦੇਖੋ ਬਿਲਕੁਲ ਦੀਵੇ ਦੀ ਤਰ੍ਹਾਂ ਹੈ। ਜਿਸ ਤਰ੍ਹਾਂ ਦੀਵੇ 'ਚੋਂ ਤੇਲ ਹੁੰਦਾ ਹੈ ਉਹ ਜਗਦਾ ਹੈ, ਰੋਸ਼ਨੀ ਕਰਦਾ ਹੈ, ਜਦੋਂ ਤੇਲ ਮੁੱਕ ਜਾਂਦਾ ਹੈ ਬੁੱਝ ਜਾਂਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਜਿੰਨੀ ਦੇਰ ਤੱਕ ਸਾਡੇ ਵਿੱਚ ਇਹ ਅਵਿਦਿਆ ਹੈ, ਅਗਿਆਨਤਾ ਹੈ, ਉਨੀ ਦੇਰ ਤੱਕ ਅਸੀਂ ਭੋਗਾਂ ਵਿੱਚ ਪ੍ਰੀਤ ਕਰਦੇ ਹਾਂ, ਭੋਗਾਂ ਦੇ ਨਾਲ ਸਾਡੀ ਪ੍ਰੀਤ ਹੈ। ਔਰ ਜਦੋਂ ਇਹ ਵੱਧਦੀ ਹੈ ਤੇ ਅਸੀਂ ਹੋਰ ਵੀ ਸੰਸਾਰ ਦੇ ਨਾਲ ਵੱਧ ਜਾਂਦੇ ਹਾਂ। ਪਰ ਜਦੋਂ ਸਾਡੇ ਵਿੱਚੋਂ ਵਿਦਿਆ ਦੂਰ ਹੋ ਜਾਂਦੀ ਹੈ ਤੇ ਫਿਰ ਇਹ ਭੋਗਾਂ ਦਾ, ਇਹ ਸੰਸਾਰੀ ਭੋਗਾਂ ਦਾ ਜਿਹੜਾ ਪਿਆਰ ਹੈ ਉਹ ਵੀ ਮੁੱਕ ਜਾਏਗਾ।
तो फिर अविद्या भी अपने आप नष्ट हो जाएगी। राग रूपी अविद्या तृष्णा बिना नहीं रहिंदी ते भोग रूप प्रकाश बिजली वांग चमत्कार करती है कि ये जो राग रूपी अविद्या है, अज्ञानता है, ये तृष्णा दा करके ਵੱਧਦੀ है। जे साडे विचों तृष्णा दूर हो जावे तो ये जो अविद्या है ये भी दूर हो जाएगी। जिस तरह ये भोग जड़े हैं, जिस तरह बिजली की चमक है, इसे तरह हैं आउण जाण वाले हैं, इसे ही तरह अविद्या है। जे असीं वासना नूं दूर कर दईए तो बिजली की तरह ये भी आके खत्म हो जाएगी। इन्हां आसरे विच जो कम करिए तो नहीं हुंदे, खिण भंगुर रूप है। जिवें बिजली बदल दे आसरे है, तिवें ही अविद्या मूर्खां दे आसरे रहिंदी है ते तृष्णा देण वाली है। कि देखो जिस तरह बिजली जदों बदल हुंदे हन उदों ही चमकदी है, वो बदलां दे आसरे हुंदी है। बिल्कुल इसे ही तरह ये जो अविद्या है, अज्ञानता है, ये मूर्खां दे आसरे जिंदी देर तक मूर्ख है इस संसार दे विच, अविद्या भी उत्थे अज्ञानता भी रहेगी। तो इस दा करके ये मूर्खां दे विच तृष्णा भी पैदा करती है। किहड़ी तृष्णा? इस संसारी भोग पदार्थों की तृष्णा। भोग पदार्थ बड़े यतन नाल प्राप्त होंदे हन ते जद प्राप्त होए तद अनर्थ पैदा करते हैं। कि देखो असी संसार दे विच विचतरे हाँ, किन्ने सानू यतन करने पैंदे हन ये संसारी भोग पदार्थ प्राप्त करन नूं, और जदों सानू ये प्राप्त हो जाते हैं तो ये अनर्थ ही पैदा करते हैं। कि देखो धन दौलत की गल लै लो तुसी, असी कितना यतन करते हाँ धन दौलत नूं इकट्ठा करन लई, और जदों सानू मिल जाता है साड़ी तृष्णा होर भी वधदी है तो असी होर भी भज दौड़ दे विच लग जाते हाँ। ये धन दौलत है जो इन्हां साडा कदी भी साडा जो तृष्णा है पूरी नहीं हुंदी, वधदी जाती है, अनर्थ ही इस तो पैदा हुंदा है। जो भोगां वास्ते यतन करते हैं उन्हां नूं लानत है, क्योंकि भोग बड़े यतन नाल प्राप्त होंदे हैं तो फिर स्थिर नहीं रहंदे, सगों अनर्थ पैदा करते हैं। सो भगवान वाल्मीकि जी दे जो बोले सो निरभै, भगवान वाल्मीकि महाराज की जय। गुरु प्यारे साध संगत जी, ब्रेक तो बाद एक बार फिर असी कांशी टीवी के माध्यम राही आप दे नाल भगवान वाल्मीकि जी की बाणी लैके जुड़ते हाँ। भगवान वाल्मीकि जी अपनी बाणी विच समझाते हैं, इस अविद्या नूं फड़िए तो कुछ ग्रहण नहीं हुंदा, कोमल लगती है पर अत्यंत नाश रूप है, ते प्रगट आकार भी नज़र आते हैं पर मृग तृष्णा के जाल वांग असत रूप है। सो अविद्या के बारे भगवान वाल्मीकि जी अज्ञानता के बारे सानू समझाउण की कोशिश करते हैं कि जे असी इसनूं फड़ीए तो सानू कुछ ग्रहण नहीं होवेगा, सानू कुछ नहीं मिलेगा। बड़ी कोमल लगती है ये जो अज्ञानता है, पर ਇਹਦਾ अंत नाशरूप है। इस दा करके अविद्या दा करके सानू आकार नज़र आउंदे हन साडे सामने, जिस तरह ये संसार है। पर ये जो हन कि जिस तरह मृग तृष्णा दा पानी हुंदा है, भगवान वाल्मीकि जी बहुत बारी सानू उदाहरण दे के समझाउंदे हन। ये जो मृग तृष्णा है कि रेगिस्तान दे विच जदों सूरज चमकता है तो उहदियां जिहड़ियां किरनां रेता ते पैंदियां हन ते दूरों इस तरह लगता है कि पानी है, पर वो एक चमक हुंदी है। जदों असी वो पानी वाल जाने हाँ तो वो चमक हुंदी है, कुछ नहीं हुंदा, पानी उत्ते कुछ नहीं हुंदा। उत्थों ही अगे असी झाती मारीए तो फिर सानू अगे वो पानी नज़र आवेगा, पर वो एक चमक हुंदी है, पानी नहीं हुंदा। बिल्कुल इसे ही तरह ये संसार है, ये साडे विच जो अज्ञानता है, अविद्या है, उसका करके ये सानू सच नज़र आउंदा है, पर ये एक चमक है। अविद्या माया
ਜਿਸ ਤੋਂ ਇਹ ਜਗਤ ਉਪਜਾ ਹੈ, ਕਿਤੇ ਵਿਕਾਰ ਹੈ, ਕਿਤੇ ਸਪਸ਼ਟ ਹੈ, ਕਿਤੇ ਵੱਡਾ ਰੂਪ ਲੱਗਦੀ ਹੈ ਤੇ ਆਤਮਾ ਤੋਂ ਵੱਖਰੇ ਭਾਵ ਨੂੰ ਪ੍ਰਾਪਤ ਹੁੰਦੀ ਹੈ। ਸੋ ਇਹ ਜੋ ਅਵਿਦਿਆ, ਅਗਿਆਨਤਾ ਕਹਿ ਲਓ, ਇਸ ਨੂੰ ਮਾਇਆ ਕਹਿ ਲਓ, ਜਿਸ ਦਾ ਕਰਕੇ ਇਹ ਸੰਸਾਰ ਉਪਜਦਾ ਹੈ, ਇਹਦੇ ਵਿੱਚ ਕਿਤੇ ਵਿਕਾਰ ਹਨ, ਕਿਤੇ ਦੇਖਣ ਨੂੰ ਸੱਚ ਵੀ ਲੱਗਦਾ ਹੈ ਤੇ ਇਹਦਾ ਬੜਾ ਵੱਡਾ ਵਿਸਤਾਰ ਹੈ। ਪਰ ਇਹ ਜੋ ਅਵਿਦਿਆ ਹੈ, ਇਹ ਆਤਮਾ ਤੋਂ ਵੱਖਰੇ ਭਾਵ ਨੂੰ ਪ੍ਰਾਪਤ ਹੁੰਦੀ ਹੈ ਕਿ ਆਤਮਾ ਔਰ ਅਵਿਦਿਆ ਦਾ ਕੋਈ ਆਪਸ ਵਿੱਚ ਸੰਬੰਧ ਨਹੀਂ ਹੈ, ਕਿਉਂਕਿ ਜੋ ਸਾਡੀ ਆਤਮਾ ਹੈ ਉਹ ਸਾਡਾ ਸੱਚਾ ਸਰੂਪ ਹੈ, ਉਹ ਸੱਚ ਹੈ, ਆਪਣੇ ਆਪ ਦੇ ਵਿੱਚ ਟਿਕਿਆ ਹੋਇਆ ਹੈ। ਔਰ ਜੋ ਅਵਿਦਿਆ ਹੈ ਇਹ ਕਦੀ ਵੀ ਇਸ ਸਾਡੇ ਸੱਚੇ ਸਰੂਪ ਦੇ ਨਾਲ ਜੁੜ ਨਹੀਂ ਸਕਦੀ, ਬਿਲਕੁਲ ਉਸ ਤੋਂ ਵੱਖਰੀ ਹੈ। ਜੜ ਹੈ ਪਰ ਆਤਮਾ ਦੀ ਸਤਾ ਪਾ ਕੇ ਚੇਤਨ ਹੁੰਦੀ ਹੈ ਤੇ ਚੇਤਨ ਰੂਪ ਲੱਗਦੀ ਹੈ ਤਾਂ ਵੀ ਅਸਤ ਰੂਪ ਹੈ। ਇਹ ਜੋ ਅਵਿਦਿਆ ਹੈ ਇਹ ਜੜ ਹੈ, ਇਹਦੇ 'ਚ ਕੋਈ ਚੇਤਨਤਾ ਨਹੀਂ ਹੈ। ਪਰ ਜਦੋਂ ਇਹਨੂੰ ਆਤਮਿਕ ਸ਼ਕਤੀ ਮਿਲਦੀ ਹੈ ਤਾਂ ਫਿਰ ਹੀ ਇਹ ਚੇਤਨ ਰੂਪ ਹੁੰਦੀ ਹੈ। ਜਿਸ ਤਰ੍ਹਾਂ ਸਾਡਾ ਸਰੀਰ ਹੈ, ਦੇਖੋ ਜੜ ਹੈ, ਪਰ ਜਦੋਂ ਇਹਨੂੰ ਆਤਮਾ ਤੋਂ ਚੇਤਤਾ ਮਿਲਦੀ ਹੈ ਫਿਰ ਹੀ ਇਹਦੇ ਵਿੱਚ ਚੇਤਨਾ ਆਉਂਦੀ ਹੈ। ਪਰ ਇਹ ਫਿਰ ਵੀ ਇਹ ਇੱਕ ਝੂਠ ਰੂਪ ਹੈ। ਸਾਡੀ ਆਤਮਾ ਹੀ ਜੋ ਹੈ ਉਹ ਇੱਕ ਸੱਚ ਹੈ। ਇਹ ਜੋ ਕੁਝ ਵੀ ਹੈ, ਇਹ ਸੰਸਾਰ, ਇਹ ਸਰੀਰ, ਇਹ ਸਭ ਸਾਡੀ ਆਤਮਾ ਦਾ ਹੀ ਇੱਕ ਚਮਤਕਾਰ ਹੈ, ਆਤਮਾ ਦੀ ਇੱਕ ਚਮਕ ਹੈ ਔਰ ਇਹ ਸੱਚ ਨਹੀਂ ਹਨ। ਇੱਕ ਪਲ ਦੇ ਭੁੱਲਣ ਨਾਲ ਉਹ ਵੱਡੇ ਭਰਮ ਨੂੰ ਵਿਖਾਉਂਦੀ ਹੈ। ਜਿੱਥੇ ਨਿਰਮਲ ਪ੍ਰਕਾਸ਼ ਉਹ ਆਤਮਾ ਹੈ, ਉਸ ਵਿੱਚ ਹਨੇਰਾ ਵਿਖਾਉਂਦੀ ਹੈ ਕਿ ਮੈਂ ਆਤਮਾ ਨੂੰ ਨਹੀਂ ਜਾਣਦੀ। ਇਹ ਦੇਖੋ ਅਵਿਦਿਆ ਦੇ ਬਾਰੇ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਂਦੇ ਹਨ ਕਿ ਜਦੋਂ ਅਸੀਂ ਇੱਕ ਪਲ ਵੀ ਅਸੀਂ ਜੇ ਭੁੱਲ ਜਾਈਏ ਤੇ ਇਹ ਜਿਹੜੀ ਅਵਿਦਿਆ ਹੈ, ਅਗਿਆਨਤਾ ਹੈ, ਇਹ ਸਾਨੂੰ ਵੱਡੇ ਭਰਮਾਂ ਦੇ ਵਿੱਚ ਪਾ ਦਿੰਦੀ ਹੈ। ਔਰ ਜਿੱਥੇ ਸਾਡਾ ਸੱਚਾ ਸਰੂਪ ਨਿਰਮਲ ਪ੍ਰਕਾਸ਼ ਰੂਪ ਆਤਮਾ ਹੈ, ਉੱਥੇ ਵੀ ਇਹ ਹਨੇਰਾ ਕਰ ਦਿੰਦੀ ਹੈ। ਭਾਵ ਕਿ ਇਹ ਗਿਆਨਤਾ, ਅਵਿਦਿਆ ਸਾਨੂੰ ਸਾਡੀ ਆਤਮਾ ਤੋਂ ਵੀ ਦੂਰ ਕਰਦੀ ਹੈ ਔਰ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਵਿਦਿਆ ਕਿ ਮੈਂ ਆਤਮਾ ਨੂੰ ਨਹੀਂ ਜਾਣਦੀ, ਤਾਂ ਕਿ ਅਸੀਂ ਵੀ ਆਤਮਾ ਤੋਂ ਦੂਰ ਹੋਈਏ। ਜਿਵੇਂ ਉੱਲੂ ਨੂੰ ਸੂਰਜ ਵਿੱਚ ਹਨੇਰਾ ਪ੍ਰਤੀਤ ਹੁੰਦਾ ਹੈ, ਤਿਵੇਂ ਹੀ ਮੂਰਖਾਂ ਨੂੰ ਅਨੁਭਵ ਰੂਪ ਆਤਮਾ ਨਹੀਂ ਜਾਪਦਾ, ਜਗਤ ਲੱਗਦਾ ਹੈ ਜੋ ਅਸਤ ਰੂਪ ਹੈ। ਸੋ ਭਗਵਾਨ ਵਾਲਮੀਕ ਜੀ ਫਿਰ ਸਾਨੂੰ ਉੱਲੂ ਦੀ ਉਦਾਹਰਣ ਦੇ ਕੇ ਸਮਝਾਉਂਦੇ ਹਨ ਕਿ ਜਿਹੜਾ ਉੱਲੂ ਹੁੰਦਾ ਹੈ, ਸੂਰਜ ਚੜ੍ਹਿਆ ਹੋਵੇ, ਦਿਨ ਦੀ ਰੋਸ਼ਨੀ ਹੋਵੇ, ਫਿਰ ਵੀ ਉਹਨੂੰ ਹਨੇਰਾ ਹੀ ਪ੍ਰਤੀਤ ਹੁੰਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਜਿਹੜੇ ਮੂਰਖ ਜੀਵ ਹਨ, ਉਹਨਾਂ ਨੂੰ ਆਪਣੀ ਆਤਮਾ ਜਿਹੜੀ ਹੈ ਉਹ ਮਹਿਸੂਸ ਨਹੀਂ ਹੁੰਦੀ ਔਰ ਉਹਨਾਂ ਨੂੰ ਇਹ ਸੰਸਾਰ ਨਜ਼ਰ ਆਉਂਦਾ ਹੈ। ਸੋ ਸੱਚ ਜਿਹੜਾ ਹੈ ਉਹ ਉਹਨਾਂ ਨੂੰ ਉਹਦਾ ਅਨੁਭਵ ਨਹੀਂ ਹੁੰਦਾ। ਉਸ ਤੋਂ ਦੂਰ ਹੋ ਕੇ ਇਹ ਜਿਹੜਾ ਇੱਕ ਝੂਠ ਹੈ, ਇੱਕ ਮਿਥਿਆ ਭਰਮ ਸੰਸਾਰ ਹੈ, ਉਹ ਉਹਨਾਂ ਨੂੰ ਪ੍ਰਤੀਤ ਹੁੰਦਾ ਹੈ। ਔਰ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਭਗਵਾਨ ਵਾਲਮੀਕ ਜੀ ਸਾਨੂੰ ਬਾਰ-ਬਾਰ ਸਮਝਾਉਂਦੇ ਹਨ ਕਿ ਇਹ ਜੋ ਸੰਸਾਰ ਹੈ ਇਹ ਅਸਤ ਰੂਪ ਭਾਵੇਂ ਇੱਕ ਝੂਠ ਹੈ। ਜਿਵੇਂ ਮਿਰਗ ਤ੍ਰਿਸ਼ਨਾ ਦੀ ਨਦੀ ਵਿਸਤਾਰ ਸਹਿਤ ਭਾਸਦੀ ਹੈ, ਤਿਵੇਂ ਹੀ ਅਵਿਦਿਆ ਵੱਖ-ਵੱਖ ਰੰਗ, ਵਿਲਾਸ, ਵਿਕਾਰ, ਵਿਸ਼ਮ, ਸੁਖਮ, ਕੋਮਲ ਤੇ ਕਠਿਨ ਰੂਪ ਹੈ। ਤੇ ਇਸਤਰੀ ਦੀ ਨਿਆਈ ਚੰਚਲ ਤੇ ਦੁੱਖ ਰੂਪ ਸਰਪਣੀ ਜੋ ਤ੍ਰਿਸ਼ਨਾ ਰੂਪੀ ਜੀਵ ਨਾਲ ਮਾਰ ਸੁੱਟਦੀ ਹੈ। ਸੋ ਭਗਵਾਨ ਵਾਲਮੀਕ ਜੀ ਫਿਰ ਸਾਨੂੰ ਮਿਰਗ ਤ੍ਰਿਸ਼ਨਾ ਦੀ ਉਦਾਹਰਣ ਦੇ ਕੇ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਮਿਰਗ ਤ੍ਰਿਸ਼ਨਾ ਦੀ ਉਹ ਰੇਗਿਸਤਾਨ ਦੇ ਵਿੱਚ ਸੂਰਜ ਦੀ ਚਮਕ ਦੇ ਨਾਲ ਜੋ ਨਦੀ ਸਾਨੂੰ ਨਜ਼ਰ ਆਉਂਦੀ ਹੈ, ਇਹ ਅਵਿਦਿਆ ਵੀ ਬਿਲਕੁਲ, ਇਹ ਗਿਆਨਤਾ ਵੀ ਬਿਲਕੁਲ ਉਸੇ ਹੀ ਤਰ੍ਹਾਂ ਹੈ। ਵੱਖਰੇ ਵੱਖਰੇ ਰੰਗ, ਵਿਲਾਸ, ਇਹ ਵਿਕਾਰ ਜੋ ਹਨ ਸੰਸਾਰੀ, 24 ਵਿਸ਼ਮ, ਸੁਖਮ, ਕੋਮਲ
ਤੇ ਜੋ ਵੀ ਕਠਿਨ ਰੂਪ ਹੈ ਇਹ ਸਾਰੇ ਦਿਖਾਉਂਦੀ ਹੈ। ਦੇਖੋ ਜਿਸ ਤਰ੍ਹਾਂ ਇੱਕ ਇਸਤਰੀ ਹੁੰਦੀ ਹੈ, ਬੜੀ ਚੰਚਲ ਹੁੰਦੀ ਹੈ, ਇਹ ਅਵਿਦਿਆ ਵੀ ਬਿਲਕੁਲ ਉਸੇ ਹੀ ਤਰ੍ਹਾਂ ਹੈ। ਜਿਸ ਤਰ੍ਹਾਂ ਦੇਖੋ ਦੁੱਖ ਰੂਪ ਇੱਕ ਸਪਣੀ ਹੁੰਦੀ ਹੈ, ਉਹ ਤ੍ਰਿਸ਼ਨਾ ਰੂਪੀ ਜੀਵ ਨਾਲ ਇਨਸਾਨ ਨੂੰ ਮਾਰ ਸੁੱਟਦੀ ਹੈ। ਇਹ ਅਵਿਦਿਆ ਬਿਲਕੁਲ ਉਹੋ ਜਿਹੀ ਚੀਜ਼ ਹੈ ਕਿ ਅਵਿਦਿਆ ਦਾ ਕਰਕੇ ਅਸੀਂ ਸੰਸਾਰ ਦੇ ਵਿੱਚ ਦੁੱਖ ਪ੍ਰਾਪਤ ਕਰਦੇ ਹਾਂ। ਭਗਵਾਨ ਬਾਬੀ ਜੀ ਵਿਦਿਆ ਬਾਰੇ ਦੱਸਦੇ ਹਨ ਕਿ ਉਹ ਦੀਵੇ ਦੀ ਲੋ ਵਾਂਗ ਪ੍ਰਕਾਸ਼ਵਾਨ ਹੈ, ਕਿ ਜਿਸ ਤਰ੍ਹਾਂ ਦੇਖੋ ਜਦੋਂ ਅਸੀਂ ਦੀਵਾ ਜਗਾਉਂਦੇ ਹਾਂ ਤੇ ਉਹਦਾ ਪ੍ਰਕਾਸ਼ ਹੁੰਦਾ ਹੈ, ਵਿਦਿਆ ਵੀ ਬਿਲਕੁਲ ਉਸੇ ਹੀ ਤਰ੍ਹਾਂ ਹੈ। ਜਿਹੜੇ ਮੂਰਖ ਜੀਵ ਹਨ ਉਹਨਾਂ ਦੇ ਵਿੱਚ ਅਵਿਦਿਆ ਦਾ ਕਰਕੇ, ਅਗਿਆਨਤਾ ਦਾ ਕਰਕੇ ਇਹ ਅਵਿਦਿਆ ਜਿਹੜੀ ਹੈ, ਜੋ ਇਹ ਅਗਿਆਨਤਾ ਹੈ, ਇਹ ਜਿਸ ਤਰ੍ਹਾਂ ਦੀਵੇ ਦੀ ਲੋ ਹੁੰਦੀ ਹੈ ਉਸੇ ਤਰ੍ਹਾਂ ਇਹ ਵੀ ਪ੍ਰਕਾਸ਼ਮਾਨ ਹੈ। ਜਿਵੇਂ ਜਦ ਤੱਕ ਪਿਆਰ ਹੁੰਦਾ ਹੈ ਤਦ ਤੱਕ ਦੀਵੇ ਦੀ ਲੋ ਬਲਦੀ ਹੈ, ਤੇ ਜਦ ਤੇਲ ਮੁੱਕ ਜਾਂਦਾ ਹੈ ਤਾਂ ਨਿਰਵਾਣ ਹੋ ਜਾਂਦੀ ਹੈ। ਕਿ ਦੇਖੋ ਜਿਸ ਤਰ੍ਹਾਂ ਦੀਵਾ ਹੁੰਦਾ ਹੈ, ਕਿ ਜਿਸ ਤਰ੍ਹਾਂ ਦੀਵੇ ਦੇ ਜਿੰਨੀ ਦੇਰ ਤੱਕ ਤੇਲ ਹੁੰਦਾ ਹੈ ਉਹ ਬਲਦਾ ਹੈ, ਜਦੋਂ ਤੇਲ ਮੁੱਕ ਜਾਂਦਾ ਹੈ ਤਾਂ ਦੀਵਾ ਜਿਹੜਾ ਹੈ ਨਿਰਵਾਣ ਹੋ ਜਾਂਦਾ ਹੈ, ਭਾਵ ਉਹ ਬੁੱਝ ਜਾਂਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਤਿਵੇਂ ਹੀ ਜਦ ਭੋਗਾਂ ਵਿੱਚ ਪ੍ਰੀਤ ਹੈ ਤਦ ਤੱਕ ਵਿਦਿਆ 'ਚ ਵਾਧਾ ਹੋ ਜਾਂਦਾ ਹੈ, ਵਾਧਾ ਹੈ, ਤੇ ਜਦ ਭੋਗਾਂ ਵਿੱਚ ਪਿਆਰ ਮੁੱਕਦਾ ਹੈ ਤਦ ਨਸ਼ਟ ਹੋ ਜਾਂਦੀ ਹੈ। ਕਿ ਵਿਦਿਆ ਦੇਖੋ ਬਿਲਕੁਲ ਦੀਵੇ ਦੀ ਤਰ੍ਹਾਂ ਹੈ। ਜਿਸ ਤਰ੍ਹਾਂ ਦੀਵੇ 'ਚੋਂ ਤੇਲ ਹੁੰਦਾ ਹੈ ਉਹ ਜਗਦਾ ਹੈ, ਰੋਸ਼ਨੀ ਕਰਦਾ ਹੈ, ਜਦੋਂ ਤੇਲ ਮੁੱਕ ਜਾਂਦਾ ਹੈ ਬੁੱਝ ਜਾਂਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਜਿੰਨੀ ਦੇਰ ਤੱਕ ਸਾਡੇ ਵਿੱਚ ਇਹ ਅਵਿਦਿਆ ਹੈ, ਅਗਿਆਨਤਾ ਹੈ, ਉਨੀ ਦੇਰ ਤੱਕ ਅਸੀਂ ਭੋਗਾਂ ਵਿੱਚ ਪ੍ਰੀਤ ਕਰਦੇ ਹਾਂ, ਭੋਗਾਂ ਦੇ ਨਾਲ ਸਾਡੀ ਪ੍ਰੀਤ ਹੈ। ਔਰ ਜਦੋਂ ਇਹ ਵੱਧਦੀ ਹੈ ਤੇ ਅਸੀਂ ਹੋਰ ਵੀ ਸੰਸਾਰ ਦੇ ਨਾਲ ਵੱਧ ਜਾਂਦੇ ਹਾਂ। ਪਰ ਜਦੋਂ ਸਾਡੇ ਵਿੱਚੋਂ ਵਿਦਿਆ ਦੂਰ ਹੋ ਜਾਂਦੀ ਹੈ ਤੇ ਫਿਰ ਇਹ ਭੋਗਾਂ ਦਾ, ਇਹ ਸੰਸਾਰੀ ਭੋਗਾਂ ਦਾ ਜਿਹੜਾ ਪਿਆਰ ਹੈ ਉਹ ਵੀ ਮੁੱਕ ਜਾਏਗਾ, ਤੇ ਫਿਰ ਅਵਿਦਿਆ ਵੀ ਆਪਣੇ ਆਪ ਨਸ਼ਟ ਹੋ ਜਾਵੇਗੀ। ਰਾਗ ਰੂਪੀ ਅਵਿਦਿਆ ਤ੍ਰਿਸ਼ਨਾ ਬਿਨਾਂ ਨਹੀਂ ਰਹਿੰਦੀ, ਤੇ ਭੋਗ ਰੂਪ ਪ੍ਰਕਾਸ਼ ਬਿਜਲੀ ਵਾਂਗ ਚਮਤਕਾਰ ਕਰਦੀ ਹੈ। ਕਿ ਇਹ ਜੋ ਰਾਗ ਰੂਪੀ ਅਵਿਦਿਆ ਹੈ, ਅਗਿਆਨਤਾ ਹੈ, ਇਹ ਤ੍ਰਿਸ਼ਨਾ ਦਾ ਕਰਕੇ ਵੱਧਦੀ ਹੈ। ਜੇ ਸਾਡੇ ਵਿੱਚੋਂ ਤ੍ਰਿਸ਼ਨਾ ਦੂਰ ਹੋ ਜਾਵੇ ਤੇ ਇਹ ਜੋ ਅਵਿਦਿਆ ਹੈ ਇਹ ਵੀ ਦੂਰ ਹੋ ਜਾਵੇਗੀ। ਜਿਸ ਤਰ੍ਹਾਂ ਇਹ ਭੋਗ ਜਿਹੜੇ ਹਨ, ਜਿਸ ਤਰ੍ਹਾਂ ਬਿਜਲੀ ਦੀ ਚਮਕ ਹੈ, ਇਸੇ ਤਰ੍ਹਾਂ ਹਨ, ਆਉਣ ਜਾਣ ਵਾਲੇ ਹਨ। ਇਸੇ ਹੀ ਤਰ੍ਹਾਂ ਅਵਿਦਿਆ ਹੈ। ਜੇ ਅਸੀਂ ਵਾਸਨਾ ਨੂੰ ਦੂਰ ਕਰ ਦਈਏ ਤੇ ਬਿਜਲੀ ਦੀ ਤਰ੍ਹਾਂ ਇਹ ਵੀ ਆ ਕੇ ਖਤਮ ਹੋ ਜਾਵੇਗੀ। ਇਹਨਾਂ ਆਸਰੇ ਵਿੱਚ ਜੋ ਕੰਮ ਕਰੀਏ ਤਾਂ ਨਹੀਂ ਹੁੰਦੇ, ਖਿਣ ਭੰਗੁਰ ਰੂਪ ਹੈ। ਜਿਵੇਂ ਬਿਜਲੀ ਬੱਦਲ ਦੇ ਆਸਰੇ ਹੈ, ਤਿਵੇਂ ਹੀ ਅਵਿਦਿਆ ਮੂਰਖਾਂ ਦੇ ਆਸਰੇ ਰਹਿੰਦੀ ਹੈ ਤੇ ਤ੍ਰਿਸ਼ਨਾ ਦੇਣ ਵਾਲੀ ਹੈ। ਕਿ ਦੇਖੋ ਜਿਸ ਤਰ੍ਹਾਂ ਬਿਜਲੀ ਜਦੋਂ ਬੱਦਲ ਹੁੰਦੇ ਹਨ ਉਦੋਂ ਹੀ ਚਮਕਦੀ ਹੈ, ਉਹ ਬੱਦਲਾਂ ਦੇ ਆਸਰੇ ਹੁੰਦੀ ਹੈ। ਬਿਲਕੁਲ ਇਸੇ ਹੀ ਤਰ੍ਹਾਂ ਇਹ ਜੋ ਅਵਿਦਿਆ ਹੈ, ਅਗਿਆਨਤਾ ਹੈ, ਇਹ ਮੂਰਖਾਂ ਦੇ ਆਸਰੇ, ਜਿੰਨੀ ਦੇਰ ਤੱਕ ਮੂਰਖ ਹੈ ਇਸ ਸੰਸਾਰ ਦੇ ਵਿੱਚ, ਅਵਿਦਿਆ ਵੀ ਉੱਥੇ, ਅਗਿਆਨਤਾ ਵੀ ਰਹੇਗੀ। ਤੇ ਇਸ ਦਾ ਕਰਕੇ ਇਹ ਮੂਰਖਾਂ ਦੇ ਵਿੱਚ ਤ੍ਰਿਸ਼ਨਾ ਵੀ ਪੈਦਾ ਕਰਦੀ ਹੈ। ਕਿਹੜੀ ਤ੍ਰਿਸ਼ਨਾ? ਇਹ ਸੰਸਾਰੀ ਭੋਗ ਪਦਾਰਥਾਂ ਦੀ ਤ੍ਰਿਸ਼ਨਾ। ਭੋਗ ਪਦਾਰਥ ਬੜੇ ਯਤਨ ਨਾਲ ਪ੍ਰਾਪਤ ਹੁੰਦੇ ਹਨ, ਤੇ ਜਦ ਪ੍ਰਾਪਤ ਹੋਏ ਤਦ ਅਨਰਥ ਪੈਦਾ ਕਰਦੇ ਹਨ। ਕਿ ਦੇਖੋ ਅਸੀਂ ਸੰਸਾਰ ਦੇ ਵਿੱਚ ਵਿਚਰ ਰਹੇ ਹਾਂ, ਕਿੰਨੇ ਸਾਨੂੰ ਯਤਨ ਕਰਨੇ ਪੈਂਦੇ ਹਨ ਇਹ ਸੰਸਾਰੀ ਭੋਗ ਪਦਾਰਥ ਪ੍ਰਾਪਤ ਕਰਨ ਨੂੰ। ਔਰ ਜਦੋਂ ਸਾਨੂੰ ਇਹ ਪ੍ਰਾਪਤ ਹੋ ਜਾਂਦੇ ਹਨ ਤਾਂ ਇਹ ਅਨਰਥ ਹੀ ਪੈਦਾ ਕਰਦੇ ਹਨ। ਕਿ ਦੇਖੋ ਧਨ ਦੌਲਤ ਦੀ ਗੱਲ ਲੈ ਲਓ ਤੁਸੀਂ, ਅਸੀਂ ਕਿੰਨਾ ਯਤਨ ਕਰਦੇ ਹਾਂ ਧਨ ਦੌਲਤ ਨੂੰ ਇਕੱਠਾ ਕਰਨ ਲਈ, ਔਰ ਜਦੋਂ ਸਾਨੂੰ ਮਿਲ ਜਾਂਦਾ ਹੈ ਸਾਡੀ ਤ੍ਰਿਸ਼ਨਾ ਹੋਰ ਵੀ ਵੱਧਦੀ ਹੈ ਤੇ ਅਸੀਂ ਹੋਰ ਵੀ ਭੱਜ ਦੌੜ ਦੇ ਵਿੱਚ ਲੱਗ ਜਾਂਦੇ ਹਾਂ। ਇਹ ਧਨ ਦੌਲਤ ਹੈ ਜੋ ਇਹਨਾਂ ਸਾਡਾ ਕਦੀ ਵੀ ਸਾਡਾ
ਜੋ ਤ੍ਰਿਸ਼ਨਾ ਹੈ ਪੂਰੀ ਨਹੀਂ ਹੁੰਦੀ, ਵੱਧਦੀ ਜਾਂਦੀ ਹੈ। ਅਨਰਥ ਹੀ ਇਸ ਤੋਂ ਪੈਦਾ ਹੁੰਦਾ ਹੈ। ਜੋ ਭੋਗਾਂ ਵਾਸਤੇ ਯਤਨ ਕਰਦੇ ਹਨ ਉਹਨਾਂ ਨੂੰ ਲਾਨਤ ਹੈ, ਕਿਉਂਕਿ ਭੋਗ ਬੜੇ ਯਤਨ ਨਾਲ ਪ੍ਰਾਪਤ ਹੁੰਦੇ ਹਨ ਤੇ ਫਿਰ ਸਥਿਰ ਨਹੀਂ ਰਹਿੰਦੇ, ਸਗੋਂ ਅਨਰਥ ਪੈਦਾ ਕਰਦੇ ਹਨ। ਸੋ ਭਗਵਾਨ ਵਾਲਮੀਕ ਜੀ ਦੇ